ਤੇ ਜਦੋਂ ਡਿਊਰਿੰਗ ਪਾਰਟੀਸ਼ਨਸ ਆਪਾਂ ਸਾਡੇ ਜਿਹੜੇ ਲੋਕ ਹੈਗੇ ਉੱਥੋਂ ਮਾਈਗ੍ਰੇਟ ਕੀਤੇ ਸੀ ਤੇ ਉਹਨਾਂ ਨੇ ਜਲੰਧਰ ਤੇ ਆ ਕੇ ਇੰਡਸਟਰੀ ਸੈਟਅਪ ਕੀਤੀ ਸੀ। ਸੋ ਦਿਸ ਇਜ਼ ਦ ਰੀਜ਼ਨ ਕਿ ਇੱਥੇ ਸਪੋਰਟਸ ਇੰਡਸਟਰੀ ਹੈਗੀ ਹੈ। ਮੈਂ ਇਨਵੋਲਵਡ ਹੋਇਆ ਅਰਾਊਂਡ ਵੈਨ ਆਈ ਵਾਜ਼ 18-19 ਸਾਲ ਦਾ ਸੀ ਤੇ ਮੈਂ ਇਨਵੋਲਵ ਹੋ ਗਿਆ ਸੀ। ਤੇ ਉਸ ਟਾਈਮ ਜਿਹੜੀ ਫਿਟਨੈਸ ਇੰਡਸਟਰੀ ਹਲੇ ਸਟਾਰਟ ਹੋਈ ਸੀ ਗਰੋ ਕਰਨੀ। ਤੁਸੀਂ ਹੁਣ ਦੇਖੋ, ਹੁਣ ਜਿੱਦਾਂ ਜਿਮਸ ਹੈਗੇ ਆ, ਪਹਿਲੇ ਘਰ ਦਾ ਕੋਈ ਇੱਕ ਅੱਧਾ ਜੋ ਆ ਕੇ ਜਿਮ ਜਾਂਦਾ ਹੁੰਦਾ ਸੀ, ਬਟ ਹੁਣ ਫੈਮਿਲੀ ਦੇ ਸਾਰੇ ਮੈਂਬਰਸ ਜਿਮ ਜਾਂਦੇ ਆ। ਸੋ ਫਿਟਨੈਸ ਇੰਡਸਟਰੀ ਐਂਡ ਸਪੋਰਟਸ ਇੰਡਸਟਰੀ ਦੋਨੋਂ ਹੀ ਫਰੋਮ ਲਾਸਟ 7-8 years 10 years ਬਹੁਤ ਅਗਰੈਸਿਵਲੀ ਗਰੋ ਕਰ ਰਹੀ ਹੈ। ਐਂਡ ਆਉਣ ਵਾਲਾ ਜਿਹੜਾ ਟਾਈਮ ਹੈਗਾ ਨਾ, ਉਹ ਵੀ ਇਹ ਇੰਡਸਟਰੀ ਵਾਸਤੇ ਮਤਲਬ ਕਿ ਇਟਸ ਵੈਰੀ ਬਹੁਤ ਵਧੀਆ ਟਾਈਮ ਹੈਗਾ ਆਉਣ ਵਾਲਾ। ਹੁਣ ਕੋਵਿਡ ਦੇ ਟਾਈਮ ਤੁਸੀਂ ਦੇਖੋ ਕਿ ਬਾਕੀ ਸਾਰੀ ਇੰਡਸਟਰੀ ਵਾਸ ਡਾਊਨ, ਕੱਲੀ ਸਪੋਰਟਸ ਇੰਡਸਟਰੀ ਤੇ ਜਿਮ ਇੰਡਸਟਰੀ ਇੱਦਾਂ ਦੀ ਸੀ ਜਿੱਥੇ ਫੈਕਟਰੀਜ਼ 24 ਘੰਟੇ ਚੱਲ ਰਹੀਆਂ ਸੀ। ਬਿਲਕੁਲ। ਐਂਡ ਜਿਮਸ ਦੀ ਇੰਨੀ ਹੋਮ ਜਿਮਸ ਦੀ ਇੰਨੀ ਡਿਮਾਂਡ ਸੀ ਕਿ ਉਹ ਪੂਰੀ ਨਹੀਂ ਹੋ ਰਹੀ ਸੀ। ਬਿਲਕੁਲ। ਸੋ ਕਿਤੇ ਨਾ ਕਿਤੇ ਪੀਪਲ ਆਰ ਨਾਓ ਮੋਰ ਅਵੇਅਰ ਫॉर ਮਤਲਬ ਕਿ ਆਪਣੀ ਫਿਟਨੈਸ ਲਈ। ਇਸ ਕਰਕੇ ਫਿਊਚਰ ਆਫ ਦਿਸ ਇੰਡਸਟਰੀ ਬਹੁਤ ਵਧੀਆ ਹੈਗਾ। ਇਹ ਤੁਸੀਂ ਦੇਖ ਰਹੇ ਹੋ, ਦਿਸ ਇਜ਼ ਇੰਟਰਨੈਸ਼ਨਲ ਸਟੈਂਡਰਡ ਬੈਡਮਿੰਟਨ ਕੋਰਟ। ਓਕੇ। ਇੱਥੇ ਪੀਪਲ ਲੋਕੀ ਰੈਕਟਸ ਨੂੰ ਬਾਏ ਕਰਕੇ, ਸ਼ੂਜ਼ ਨੂੰ ਚੈੱਕ ਕਰਕੇ, ਉਹਨੂੰ ਐਕਸਪੀਰੀਅੰਸ ਕਰਕੇ, ਖੇਡ ਕੇ ਉਹਦੀ ਕੁਆਲਿਟੀ ਚੈੱਕ ਕਰਕੇ ਫਿਰ ਉਹਨੂੰ ਬਾਏ ਕਰਨਗੇ। ਸੋ ਟਾਈਮ ਦੇ ਨਾਲ ਚੇਂਜ ਹੋਣਾ। ਹੁਣ ਜਿੱਦਾਂ ਅਸੀਂ ਇਹ ਸਟੋਰ ਬਣਾਇਆ ਹੈਗਾ, ਐਕਸਪੀਰੀਅੰਸ ਸਟੋਰ ਦੇ ਰਹੇ ਹਾਂ। ਹੁਣ ਇੱਥੇ ਰੈਕਟ 2000 ਰੁਪਏ ਤੋਂ ਲੈ ਕੇ 30,000 ਰੁਪਏ ਤੱਕ, 40,000 ਰੁਪਏ ਤੱਕ ਰੈਕਟ ਸੇਲ ਹੁੰਦਾ ਇੱਕ ਬੈਡਮਿੰਟਨ ਰੈਕਟ। ਸੋ ਉਹ ਬੇਸਿਕਲੀ ਕੀ ਹੈ ਨਾ, ਦੈਟ ਇਜ਼ ਦ ਨੀਡ ਆਫ ਆਰ ਕਿ ਲੋਕਾਂ ਨੂੰ ਇਹ ਚੀਜ਼ ਚਾਹੀਦੀ ਹੈਗੀ ਹੈ। ਐਂਡ ਉਹਦੇ ਨਾਲ ਸਾਨੂੰ ਵੀ ਚੇਂਜ ਕਰਨਾ ਪਏਗਾ। ਅਸੀਂ ਪ੍ਰੋਵਾਈਡ ਕਰਾਂਗੇ ਉਹ ਚੀਜ਼ਾਂ ਤੇ ਅਲਟੀਮੇਟਲੀ ਅਸੀਂ ਮਤਲਬ ਕਿ ਗੇਮ ਦੇ ਵਿੱਚ ਰਵਾਂਗੇ। ਹੁਣ ਜੇ ਅਸੀਂ ਟ੍ਰੈਡੀਸ਼ਨਲ ਬਿਜ਼ਨਸ ਨੂੰ ਫੋਲੋ ਕਰਦੇ ਰਹਿੰਦੇ ਤੇ ਓਬਵੀਅਸਲੀ ਅਸੀਂ ਉਹ ਗਰੋਥ ਹਰ ਬੰਦੇ ਦੀ ਫਿਰ ਰੁਕ ਜਾਂਦੀ ਹੈਗੀ ਹੈ ਜੇ ਉਹ ਚੇਂਜ ਨਹੀਂ ਕਰੇਗਾ ਟਾਈਮ ਨਾਲ। ਪਹਿਲਾਂ ਇਹਦੇ ਵਿੱਚ ਇੱਕ ਦੇਖਣ ਨੂੰ ਮਿਲਦਾ ਸੀ ਕਿ ਕ੍ਰਿਕਟ ਵੱਲ ਜ਼ਿਆਦਾ ਭੂਤ ਸੀ ਆਪਣੇ, ਪਰ ਹੁਣ ਕ੍ਰਿਕਟ ਨੂੰ ਹਟ ਕੇ ਹੋਰ ਵੀ ਗੇਮਾਂ ਵੱਲ ਆਪਣਾ ਯੂਥ ਜਾ ਰਿਹਾ। ਬਿਲਕੁਲ ਐਗਜ਼ੈਕਟਲੀ। ਕਿਉਂਕਿ ਦੇਖੋ ਹੁਣ ਕੀ ਹੋ ਗਿਆ, ਹੁਣ ਗਵਰਨਮੈਂਟ ਦੀ ਵੀ ਸਪੋਰਟ ਅੱਛੀ ਹੈ ਹਰ ਗੇਮ ਬਾਰੇ। ਪਹਿਲੇ ਕੀ ਹੁੰਦਾ ਸੀ, ਇੰਨਾ ਗਵਰਨਮੈਂਟ ਵੀ ਫੰਡ ਸਪੈਂਡ ਨਹੀਂ ਕਰਦੀ ਸੀ, ਬਟ ਹੁਣ ਗਵਰਨਮੈਂਟ ਇਜ਼ ਵੈਰੀ ਅਗਰੈਸਿਵ। ਭਾਵੇਂ ਉਹ ਸਟੇਟ ਗਵਰਨਮੈਂਟ ਹੋਏ, ਭਾਵੇਂ ਸੈਂਟਰ ਗਵਰਨਮੈਂਟ ਹੋਏ, ਬਟ ਦੇ ਆਰ ਵੈਰੀ ਅਗਰੈਸਿਵ ਇਨ ਡਿਵੈਲਪਿੰਗ ਸਪੋਰਟਸ। ਤੇ ਇਸ ਕਰਕੇ ਉਹਨਾਂ ਦਾ ਵੀ ਬਹੁਤ ਇੰਪੋਰਟੈਂਟ ਰੋਲ ਹੈਗਾ। ਬਿਕੋਜ਼ ਜਦੋਂ ਗਵਰਨਮੈਂਟ ਬੂਸਟ ਕਰਦੀ ਹੈਗੀ ਇਹਨੂੰ ਤੇ ਓਬਵੀਅਸਲੀ ਜਦੋਂ ਪਲੇਅਰਸ ਨੂੰ ਅੱਛੀ ਇਹਦੀ ਰਿਟਰਨ ਮਿਲ ਰਹੀ ਹੈਗੀ, ਅੱਛੇ ਪੈਸੇ ਮਿਲ ਰਹੇ ਹੈ ਖੇਡਣ ਲਈ, ਤੇ ਉਹ ਇਸ ਕਰਕੇ ਸਾਰੀ ਸਪੋਰਟਸ ਪ੍ਰਮੋਟ ਹੋ ਰਹੀਆਂ ਹੈਗੀਆਂ। ਤੇ ਇੱਕ ਇੰਡਸਟਰੀ ਦੀ ਵੀ ਸਟੋਰੀ ਕੀਤੀ ਲੁਧਿਆਣਾ ਦੇ ਵਿੱਚ, ਹੌਜਰੀ ਦੀ। ਉਹਨਾਂ ਦੀਆਂ ਸਮੱਸਿਆਵਾਂ ਬਹੁਤ ਸਾਰੀਆਂ ਸਨ, ਹੈ ਨਾ। ਹਰ ਇੱਕ ਦੀਆਂ ਆਪਣੀਆਂ ਸਮੱਸਿਆਵਾਂ ਹੁੰਦੀਆਂ, ਸਪੋਰਟਸ ਇੰਡਸਟਰੀ ਦੀਆਂ ਆਪਣੀਆਂ ਨੇ, ਹੈ ਨਾ। ਤਾਂ ਉਹ ਕਹਿ ਰਹੇ ਸੀ ਕਿ ਉੱਦਾਂ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ, ਵੀ ਹੋਰ ਤਾਂ ਛੱਡੋ ਵੀ ਲੁਧਿਆਣਾ ਇੱਕ ਐਡੀ ਵੱਡੀ ਇੰਡਸਟਰੀ ਆ, ਇੱਥੇ ਕੋਈ 에ਅਰਪੋਰਟ ਨਹੀਂ ਹੈ, ਹੈ ਨਾ। ਲੁਧਿਆਣੇ ਦੇ ਨਾਲ ਹੀ ਜਲੰਧਰ ਕੋਈ ਬਹੁਤਾ ਦੂਰ ਨਹੀਂ ਹੈ। ਤਾਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੈਗੀਆਂ। ਇੰਪੋਰਟ ਐਕਸਪੋਰਟ ਕਰਨ ਵੇਲੇ ਕਿਸੇ ਨੇ ਬਾਹਰੋਂ ਆਉਣਾ ਆ, ਹੈ ਨਾ, ਉਹ ਦਿੱਲੀ ਤੋਂ ਜਲੰਧਰ ਆਊਗਾ, ਕਿੰਨਾ ਸਮਾਂ ਲੱਗ ਜਾਂਦਾ। ਓਬਵੀਅਸਲੀ ਗਵਰਨਮੈਂਟ ਦਾ ਕੰਟਰੀਬਿਊਸ਼ਨ ਬਹੁਤ ਜ਼ਿਆਦਾ ਰਹੇਗਾ ਇਸ ਚੀਜ਼ ਦੇ ਵਿੱਚ ਕਿ ਤੁਹਾਡਾ ਜਿਹੜਾ ਟਰਾਂਸਪੋਰਟੇਸ਼ਨ ਸਿਸਟਮ, 에ਅਰਪੋਰਟਸ ਬਿਲਡ ਕਰਨ, ਬਟ ਉਹ ਓਵਰਨਾਈਟ ਨਹੀਂ ਹੋਏਗਾ। ਅਸੀਂ ਲੋਕ ਗਵਰਨਮੈਂਟ ਨੂੰ ਬਹੁਤ ਬਲੇਮ ਕਰਦੇ ਹਾਂ, ਬਟ ਰਾਈਟ ਨਾਓ ਦ ਗਵਰਨਮੈਂਟ ਇਜ਼ ਵੈਰੀ ਪੋਜ਼ਿਟਿਵ ਜਿਹੜੀ ਹੈਗੀ ਹੈ। ਜੇ ਤੁਸੀਂ ਉਸ ਨੂੰ ਗੱਲ ਕਰੋਗੇ ਤੇ ਉਹ ਤੁਹਾਡੀ ਗੱਲ ਸੁਣਦੀ ਹੈਗੀ ਹੈ। ਤੇ ਹੁਣ ਜੋ ਬੰਦੇ ਕਹਿੰਦੇ ਆ ਕਿ ਨਹੀਂ ਯਾਰ ਇੰਡਸਟਰੀ ਨਹੀਂ ਗਰੋ ਹੋ ਰਹੀ, ਇਹ ਨਹੀਂ ਹੋ ਰਿਹਾ, ਗਵਰਨਮੈਂਟ ਵੱਲੋਂ ਸਪੋਰਟ ਨਹੀਂ, ਉਹ ਸਭ ਬਹਾਨੇ ਹੈਗੇ ਆ। ਜੇ ਕੋਈ ਗਰੋ ਕਰਨਾ ਚਾਹੁੰਦਾ ਤਾਂ ਗਰੋ ਕਰ ਜਾਏਗਾ। ਠੀਕ ਹੈ ਨਾ। ਹਾਂ, ਗਵਰਨਮੈਂਟ ਦੀ ਅਸਿਸਟੈਂਟ ਤੁਹਾਨੂੰ ਚਾਹੀਦੀ ਹੈਗੀ ਹੈ, ਸਪੋਰਟ ਚਾਹੀਦੀ ਹੈ, ਪਰ ਇੰਨੀ ਨਹੀਂ ਚਾਹੀਦੀ। ਸਿਰਫ 10% ਚਾਹੀਦੀ ਹੈ, ਬਾਕੀ ਤੁਹਾਡਾ ਆਪਣਾ ਐਫਰਟ ਹੈ। ਮੈਂ ਦੇਖ ਰਿਹਾ ਸੀ ਇੱਧਰ, ਜਦੋਂ ਅਸੀਂ ਇੱਧਰੋਂ ਆ ਰਹੇ ਸੀ ਨਾ, ਵੀ ਸਾਰੀ ਮਾਰਕੀਟ ਸਪੋਰਟਸ ਦੀ ਹੈ ਨਾ। ਹਾਂਜੀ ਹਾਂਜੀ। ਇਹਨੂੰ ਸਪੈਸ਼ਲ ਸਪੋਰਟਸ ਮਾਰਕੀਟ ਹੀ ਕਹਿੰਦੇ ਆ। ਇਹ ਵਨ ਆਫ ਦਾ ਬਿਗੇਸਟ ਸਟ੍ਰੈਚ ਹੈ, ਜਿਹਨੂੰ ਕਹਿੰਦੇ ਏਸ਼ੀਆ ਦਾ ਸਭ ਤੋਂ ਵੱਡਾ ਸਟ੍ਰੈਚ ਹੈ, ਜਿਹਦੇ ਵਿੱਚ ਆਲਮੋਸਟ ਘੱਟ ਤੋਂ ਘੱਟ ਨਹੀਂ ਤੇ 2-3 ਹਜ਼ਾਰ ਸ਼ਾਪਸ ਹੋਣਗੀਆਂ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਜੁੜੇ ਹੋਏ ਹੋ ਔਨ ਪੁਆਇੰਟ ਨਾਲ ਤੇ ਮੈਂ ਹਰਜਿੰਦਰ ਸਿੱਧੂ। ਜਲੰਧਰ ਸ਼ਹਿਰ ਦਾ ਜਦੋਂ ਅਸੀਂ ਨਾਮ ਲੈਂਦੇ ਆ ਨਾ, ਤਾਂ ਝੱਟ ਸਾਡੇ ਮਨ 'ਚ ਇੱਕ ਖਿਆਲ ਆਉਂਦਾ ਹੈ ਵੀ ਯਾਰ ਖੇਡਾਂ ਦਾ ਸਮਾਨ ਲੈ ਕੇ ਆਉਣਾ ਜਲੰਧਰ ਤੋਂ। ਤੇ ਜਲੰਧਰ ਸਪੋਰਟਸ ਇੰਡਸਟਰੀ ਦੇ ਤੌਰ ਤੇ ਪੂਰੇ ਪੰਜਾਬ 'ਚ ਨਹੀਂ, ਭਾਰਤ 'ਚ ਨਹੀਂ, ਪੂਰੀ ਦੀਨ ਦੁਨੀਆ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਮਸ਼ਹੂਰ ਆ। ਵੱਡੇ ਵੱਡੇ ਪਲੇਅਰਸ, ਭਾਵੇਂ ਕ੍ਰਿਕਟ ਦੇ ਹੋਣ, ਤੈਂਦੁਲਕਰ ਹੋਵੇ, MS ਧੋਨੀ ਹੋਵੇ, ਯੁਵਰਾਜ ਸਿੰਘ ਹੋਵੇ, ਉਹਨਾਂ ਦੇ ਬੱਲੇ ਇੱਥੋਂ ਬਣਦੇ ਨੇ। ਹੋਰ ਵੀ ਆਪਾਂ ਖੇਡਾਂ ਦੀ ਗੱਲ ਕਰੀਏ, ਫਿਟਨੈਸ ਦੀ ਗੱਲ ਕਰੀਏ, ਤਾਂ ਜਿਮ ਦਾ ਸਮਾਨ ਇੱਥੋਂ ਸਾਰਾ ਮਿਲਦਾ ਹੈਗਾ। ਇਸ ਵਕਤ ਅਸੀਂ ਖੜ੍ਹੇ ਹਾਂ ਨੋਵਾ ਫਿਟਨੈਸ ਵਾਲਿਆਂ ਦੇ ਇੱਥੇ ਕੰਪਨੀ ਦੇ ਵਿੱਚ, ਜਿੱਥੇ ਕਿ ਸਾਰਾ ਸਪੋਰਟਸ ਦਾ ਔਰ ਫਿਟਨੈਸ ਦਾ ਸਮਾਨ ਬਣਦਾ। ਆਪਾਂ ਗੱਲਬਾਤ ਕਰਾਂਗੇ ਕੀ ਬਣਦਾ, ਤੇ ਹੋਰ ਵੀ ਆਪਾਂ ਇਸ ਖੇਡ ਇੰਡਸਟਰੀ ਬਾਰੇ ਜਾਣਾਂਗੇ। ਮੇਰੇ ਨਾਲ ਕੈਮਰਾਮੈਨ ਨੂੰ ਕਹਾਂਗਾ ਕਿ ਨਾਲ ਚੱਲਣ, ਆਪਾਂ ਭਾਜੀ ਹੋਰਾਂ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਹੋ ਜੀ? ਆਲ ਗੁੱਡ ਸਰ। ਬੜਾ ਮਨ ਖੁਸ਼ ਹੋਇਆ ਦੇਖ ਕੇ
ਵੀ ਫਿਟਨੈਸ ਨਾਲ ਜੁੜਿਆ ਹੋਇਆ ਸਮਾਨ ਜਦੋਂ ਵੇਖਦੇ ਆ ਹਨਾ ਰੂਹ ਖੁਸ਼ ਹੋ ਜਾਂਦੀ ਹੈ। ਅੱਛਾ, ਆਪਾਂ ਨਾਲ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਤੇ ਨਾਲ ਨਾਲ ਅਸੀਂ ਜਾਣਕਾਰੀ ਵੀ ਲਵਾਂਗੇ ਇਹਦੇ ਬਾਰੇ। ਸਭ ਤੋਂ ਪਹਿਲਾਂ ਤਾਂ ਅਸੀਂ ਇਹ ਜਾਣਾਂਗੇ ਕਿ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਸ ਬਿਜ਼ਨਸ ਦੇ ਵਿੱਚ ਆਏ ਆ, ਇਸ ਫਿਟਨੈਸ ਵਾਲੇ ਸਰ ਇਹ ਬੇਸਿਕਲੀ ਸਾਡਾ ਹੈਰੀਡਿਟਰੀ ਬਿਜ਼ਨਸ ਹੈ ਸਪੋਰਟਸ ਤੇ ਫਿਟਨੈਸ ਦਾ। ਕਿਉਂਕਿ ਮੇਰੇ ਗ੍ਰੈਂਡਫਾਦਰ ਨੇ ਸਿਆਲਕੋਟ ਪਾਕਿਸਤਾਨ ਤੋਂ ਜਦੋਂ ਮਾਈਗ੍ਰੇਟ ਕੀਤੇ ਸੀ ਤੇ ਫਿਰ ਇਹਨਾਂ ਨੇ ਸਪੋਰਟਸ ਦਾ ਕੰਮ ਸਟਾਰਟ ਕੀਤਾ ਸੀ। ਤੇ ਮੈਂ ਅੱਜ ਤੋਂ 20 ਕੁ ਸਾਲ ਪਹਿਲਾਂ ਜਦੋਂ ਬਿਜ਼ਨਸ 'ਚ ਆਇਆ ਤੇ ਦੈਨ ਆਈ ਸਟਾਰਟਡ ਫਿਟਨੈਸ ਇਕਵਿਪਮੈਂਟਸ, ਜਿਮ ਇਕਵਿਪਮੈਂਟਸ ਦਾ ਸਮਾਨ ਅਸੀਂ ਮੈਨੂਫੈਕਚਰਿੰਗ ਬਣਾਉਣੀ ਸਟਾਰਟ ਕੀਤੀ। ਮਤਲਬ ਮੈਨੂੰ ਵੀ ਆਪਣੇ ਆਪ ਦੇ ਵਿੱਚ ਸੁਣ ਕੇ ਬੜਾ ਉਹ ਲੱਗਿਆ ਹਨਾ। ਅਸੀਂ ਜਦੋਂ ਖੇਡ ਇੰਡਸਟਰੀ ਦੀ ਗੱਲ ਕਰਦੇ ਆ ਹਨਾ, ਖੇਡਾਂ ਨਾਲ ਜੁੜਿਆ ਕੋਈ ਸਮਾਨ, ਸਪੋਰਟਸ ਇੰਡਸਟਰੀ, ਤਾਂ ਸਭ ਤੋਂ ਪਹਿਲਾਂ ਜਲੰਧਰ ਦਾ ਨਾਮ ਆਉਂਦਾ ਹੈ ਨਾ। ਪਰ ਤੁਹਾਡੇ ਤੋਂ ਮੈਨੂੰ ਇਹ ਜਾਣਕਾਰੀ ਮਿਲੀ ਹੈ ਵੀ ਇਹ ਸਿਆਲਕੋਟ ਤੋਂ ਬਿਲਕੁਲ ਪਹਿਲਾਂ ਸਿਆਲਕੋਟ ਦੇ ਵਿੱਚ ਹੁੰਦੀ ਸੀ। ਇਹ ਸਾਰੀ ਇੰਡਸਟਰੀ ਬੇਸਿਕਲੀ ਜਿਹੜੀ ਸਪੋਰਟਸ ਇੰਡਸਟਰੀ ਹੈ ਅੱਜ ਵੀ ਸਿਆਲਕੋਟ 'ਚ ਇੰਡਸਟਰੀ ਐਗਜ਼ਿਸਟ ਕਰਦੀ ਹੈਗੀ ਹੈ। ਵਨ ਆਫ ਦਾ ਮੇਜਰ ਇੰਡਸਟਰੀਜ਼ ਪਾਕਿਸਤਾਨ ਦੀ ਸਪੋਰਟਸ ਗੁੱਡਸ ਹੈਗੀ ਹੈ। ਤੇ ਜਦੋਂ ਡਿਊਰਿੰਗ ਪਾਰਟੀਸ਼ਨਸ ਆਪਾਂ ਸਾਡੇ ਜਿਹੜੇ ਲੋਕ ਹੈਗੇ ਉੱਥੋਂ ਮਾਈਗ੍ਰੇਟ ਕੀਤੇ ਸੀ ਤੇ ਉਹਨਾਂ ਨੇ ਜਲੰਧਰ ਤੇ ਆ ਕੇ ਇੰਡਸਟਰੀ ਸੈਟਅਪ ਕੀਤੀ ਸੀ। ਸੋ ਦਿਸ ਇਜ਼ ਦਾ ਰੀਜ਼ਨ ਕਿ ਇੱਥੇ ਸਪੋਰਟਸ ਇੰਡਸਟਰੀ ਹੈਗੀ ਹੈ। ਤੇ ਸਾਰੇ ਜਿਹੜੇ ਲੋਕ ਉੱਥੇ ਇੱਥੋਂ ਆਏ ਸੀ ਉਹਨਾਂ ਨੇ ਮੈਨੂਫੈਕਚਰਿੰਗ ਜਿਹੜੀ ਉੱਥੋਂ ਦੀ ਇੱਥੇ ਸ਼ਿਫਟ ਕੀਤੀ ਐਂਡ ਦਿਸ ਇਜ਼ ਦਾ ਰੀਜ਼ਨ। ਤੁਸੀਂ ਵੀ ਮਤਲਬ ਮਾਈਗ੍ਰੇਟਡ ਹੋ ਸਿਆਲਕੋਟ ਤੋਂ? ਮੇਰੇ ਗ੍ਰੈਂਡਫਾਦਰ ਫੁੱਟਬਾਲਸ ਦੀ ਮੈਨੂਫੈਕਚਰਿੰਗ ਦੇ ਵਿੱਚ ਮਾਹਿਰ ਸੀ ਐਂਡ ਉਹਨਾਂ ਨੇ ਇੱਥੇ ਆ ਕੇ ਦੇ ਵਰ ਦ ਫਾਊਂਡਰਸ, ਜਿਹੜੀ ਉਹ ਜਨਰੇਸ਼ਨ ਸੀ ਉਹਨਾਂ ਨੇ ਆ ਕੇ ਇੱਥੇ ਇੰਡਸਟਰੀ ਸਟਾਰਟ ਕੀਤੀ ਸੀ। ਦੋਸਤੋ, ਮਾਣ ਵਾਲੀ ਗੱਲ ਹੈ ਕਿ ਬਾਈ ਜੀ ਦੇ ਦਾਦਾ ਜੀ ਉਸ ਵੇਲੇ ਦੇ ਜਿਹੜੇ ਮੋਢੀ ਸੀਗੇ ਜਿਨ੍ਹਾਂ ਨੇ ਜਲੰਧਰ ਦੇ ਵਿੱਚ ਇੰਡਸਟਰੀ ਸਥਾਪਿਤ ਕੀਤੀ। ਤਾਂ ਫੁੱਟਬਾਲ ਦੀ ਇੰਡਸਟਰੀ ਜਿਹੜੀ ਸੀਗੀ ਇਹਨਾਂ ਦੇ ਦਾਦਾ ਜੀ ਨੇ ਇੱਥੇ ਲਾਈ। ਤਾਂ ਇਹ ਵੀਰ ਜੀ ਹੁਣੀ ਮਾਈਗ੍ਰੇਟਡ ਨੇ, ਪਾਕਿਸਤਾਨ ਤੋਂ ਆਏ, ਉੱਧਰੋਂ ਲਹਿੰਦੇ ਪੰਜਾਬ ਤੋਂ ਆਏ ਨੇ ਵੰਡ ਤੋਂ ਪਹਿਲਾਂ ਦੇ। ਔਰ ਸਭ ਤੋਂ ਵੱਡੀ ਗੱਲ ਕਿ ਉੱਥੇ ਵੀ ਇਹਨਾਂ ਦਾ ਇਸ ਸਪੋਰਟਸ ਇੰਡਸਟਰੀ ਨਾਲ ਜੁੜਿਆ ਹੋਇਆ ਕੰਮ ਵਪਾਰ ਸੀ। ਤੇ ਹੁਣ ਵੀ ਜਿਹੜਾ ਇੱਥੇ ਮਾਲਕ ਦੀ ਕਿਰਪਾ ਨਾਲ ਬਹੁਤ ਸੋਹਣਾ। ਕਿੰਨਾ ਚਿਰ ਹੋ ਗਿਆ ਤੁਹਾਨੂੰ ਇਸ ਦੇ ਵਿੱਚ, ਕਿੰਨੇ ਵਰੇ ਹੋ ਗਏ? ਦੇਖੋ, ਪਰਸਨਲੀ ਜਿਹੜਾ ਮੈਂ ਇਨਵੋਲਵਡ ਹੋਇਆ ਅਰਾਊਂਡ ਵੈਨ ਆਈ ਵਾਜ਼ 18-19 ਸਾਲ ਦਾ ਸੀ ਤੇ ਮੈਂ ਇਨਵੋਲਵ ਹੋ ਗਿਆ ਸੀ। ਤੇ ਉਸ ਟਾਈਮ ਜਿਹੜੀ ਫਿਟਨੈਸ ਇੰਡਸਟਰੀ ਹਲੇ ਸਟਾਰਟ ਹੋਈ ਸੀ ਗਰੋ ਕਰਨੀ। ਤੁਸੀਂ ਹੁਣ ਦੇਖੋ, ਹੁਣ ਜਿੱਦਾਂ ਜਿਮਸ ਹੈਗੇ ਆ, ਪਹਿਲੇ ਘਰ ਦਾ ਕੋਈ ਇੱਕ ਅੱਧਾ ਜੋ ਆ ਕੇ ਜਿਮ ਜਾਂਦਾ ਹੁੰਦਾ ਸੀ, ਬਟ ਹੁਣ ਫੈਮਿਲੀ ਦੇ ਸਾਰੇ ਮੈਂਬਰਸ ਜਿਮ ਜਾਂਦੇ ਆ। ਸੋ ਫਿਟਨੈਸ ਇੰਡਸਟਰੀ ਐਂਡ ਸਪੋਰਟਸ ਇੰਡਸਟਰੀ ਦੋਨੋਂ ਹੀ ਫਰੋਮ ਲਾਸਟ 7-8 years 10 years ਬਹੁਤ ਅਗਰੈਸਿਵਲੀ ਗਰੋ ਕਰ ਰਹੀ ਹੈ। ਐਂਡ ਆਉਣ ਵਾਲਾ ਜਿਹੜਾ ਟਾਈਮ ਹੈਗਾ ਨਾ ਉਹ ਵੀ ਇਹ ਇੰਡਸਟਰੀ ਵਾਸਤੇ ਮਤਲਬ ਕਿ ਇਟਸ ਵੈਰੀ ਬਹੁਤ ਵਧੀਆ ਟਾਈਮ ਹੈਗਾ ਆਉਣ ਵਾਲਾ। ਤੇ ਇੰਡਸਟਰੀ ਗਰੋ ਕਰ ਰਹੀ ਹੈਗੀ ਹੈ। ਮੈਨੂਫੈਕਚਰਿੰਗ ਜਿਹੜੇ ਯੂਨਿਟਸ ਹੋਰ ਲੱਗ ਰਹੇ ਹੈਗੇ ਆ। ਹੁਣ ਕੋਵਿਡ ਦੇ ਟਾਈਮ ਤੁਸੀਂ ਦੇਖੋ ਕਿ ਬਾਕੀ ਸਾਰੀ ਇੰਡਸਟਰੀ ਵਾਸ ਡਾਊਨ, ਕੱਲੀ ਸਪੋਰਟਸ ਇੰਡਸਟਰੀ ਤੇ ਜਿਮ ਇੰਡਸਟਰੀ ਇੱਦਾਂ ਦੀ ਸੀ ਜਿੱਥੇ ਫੈਕਟਰੀਜ਼ 24 ਘੰਟੇ ਚੱਲ ਰਹੀਆਂ ਸੀ। ਬਿਲਕੁਲ। ਐਂਡ ਜਿਮਸ ਦੀ ਇੰਨੀ ਹੋਮ ਜਿਮਸ ਦੀ ਇੰਨੀ ਡਿਮਾਂਡ ਸੀ ਕਿ ਉਹ ਪੂਰੀ ਨਹੀਂ ਹੋ ਰਹੀ ਸੀ। ਬਿਲਕੁਲ। ਸੋ ਕਿਤੇ ਨਾ ਕਿਤੇ ਪੀਪਲ ਆਰ ਨਾਓ ਮੋਰ ਅਵੇਅਰ ਫॉर ਮਤਲਬ ਕਿ ਆਪਣੀ ਫਿਟਨੈਸ ਲਈ। ਇਸ ਕਰਕੇ ਫਿਊਚਰ ਆਫ ਦਿਸ ਇੰਡਸਟਰੀ ਬਹੁਤ ਵਧੀਆ ਹੈਗਾ, ਬਹੁਤ ਅੱਛੀ ਗਰੋਥ ਹੈਗੀ ਹੈ। ਜਿਵੇਂ ਮੈਂ ਦੇਖ ਰਿਹਾ ਇੱਧਰ ਤਾਂ ਸਾਰਾ ਫਿਟਨੈਸ ਦਾ, ਜਿਮ ਨਾਲ ਰਿਲੇਟਡ ਸਾਰਾ ਸਾਮਾਨ ਹੈ ਨਾ। ਹੋਰ ਸਪੋਰਟਸ ਨਾਲ ਰਿਲੇਟਡ ਤੁਸੀਂ ਕੀ ਮੈਨੂਫੈਕਚਰਿੰਗ ਕਰਦੇ ਹੋ? ਅਸੀਂ ਬੇਸਿਕਲੀ ਬੈਡਮਿੰਟਨ ਰੈਕੇਟਸ, ਟੈਨਿਸ ਰੈਕੇਟਸ ਉਹ ਅਸੀਂ ਮੈਨੂਫੈਕਚਰ ਕਰਦੇ ਹੈਗੇ ਆ। ਤੇ ਉਹ ਮਤਲਬ ਕਿ ਇੱਥੇ ਜਲੰਧਰ ਦੇ ਵਿੱਚ ਯੂਜਲੀ ਜਿਹੜਾ ਹੈਗਾ ਜਿਹੜੇ ਮੀਡੀਅਮ ਰੇਂਜ ਰੈਕੇਟਸ ਹੈਗੇ ਆ ਉਹ ਮੈਨੂਫੈਕਚਰ ਹੁੰਦੇ ਹੈਗੇ ਆ, ਨਾਟ ਇੰਟਰਨੈਸ਼ਨਲ ਗ੍ਰੇਡ। ਇੰਟਰਨੈਸ਼ਨਲ ਗ੍ਰੇਡ ਜਿਹੜੇ ਰੈਕੇਟਸ ਹੈ ਉਹ ਹੱਲੇ ਵੀ ਅਸੀਂ ਜਾਪਾਨ ਤੋਂ ਇੰਪੋਰਟ ਕਰ ਰਹੇ ਹੈਗੇ ਆ, ਤਾਈਵਾਨ ਤੋਂ ਇੰਪੋਰਟ ਕਰ ਰਹੇ ਆ, ਕੁਝ ਚਾਈਨਾ ਤੋਂ ਵੀ ਇੰਪੋਰਟ ਹੁੰਦਾ ਹੈਗਾ। ਤੇ ਬਟ ਸਟਿਲ ਇੱਥੇ ਜਿਹੜੀ ਹਾਊਸ ਹੋਲਡ ਮਾਰਕੀਟ ਹੈਗੀ ਹੈ ਜਿਹੜੀ ਉਹਨੂੰ ਅਸੀਂ ਕੈਟਰ ਕਰਦੇ ਹੈਗੇ ਆ ਬੈਡਮਿੰਟਨ ਰੈਕੇਟਸ ਦੇ ਵਿੱਚ, ਉਹ ਸਾਡੀ ਮੈਨੂਫੈਕਚਰਿੰਗ ਹੈਗੀ ਉਹਦੀ। ਆਪਾਂ ਬੈਡਮਿੰਟਨ ਦੇ ਨਾਲ ਗੱਲ ਵੀ ਕਰਾਂਗੇ ਤੇ ਨਾਲ ਮੈਂ ਦੇਖ ਰਿਹਾ ਸੀ ਉਧਰ ਬੈਡਮਿੰਟਨ ਵਾਲੇ ਬੱਲੇ ਪਏ ਆ ਸਾਰੇ ਹੈ ਨਾ। ਬਿਲਕੁਲ ਬਿਲਕੁਲ, ਉਹ ਦੇਖਾਂਗੇ। ਮੇਰੇ ਸਾਥੀ ਨੂੰ ਕਹਾਂਗਾ ਉਹ ਵੀ ਸਾਡੇ ਨਾਲ ਚੱਲਣ ਜੀ। ਇਹ ਇੱਥੇ ਬਣਾਈ ਜਾ ਰਹੀ ਹੈ। ਹਾਂ, ਇਹ ਤੁਸੀਂ ਦੇਖੋ ਕਿ ਰੈਕੇਟ ਦੀ ਮਸ਼ੀਨ ਹੈਗੀ ਹੈ। ਇਹਦੇ ਵਿੱਚ ਜਿਹੜੀ ਤਾਰ ਹੈਗੀ ਹੈ, ਹੁਣ ਪਹਿਲੇ ਮੈਨੂਅਲ, ਸਾਥੀ ਨੂੰ ਕਹਾਂਗਾ ਕੈਮਰਾਮੈਨ ਨੂੰ ਕਿ ਇੱਧਰ ਅੱਗੇ ਆ ਜਾਣ ਥੋੜਾ। ਹਾਂਜੀ, ਪਹਿਲੇ ਇਹ ਰੈਕੇਟਸ ਮੈਨੂਅਲੀ ਬੁਣੇ ਜਾਂਦੇ ਸੀ। ਹੁਣ ਅਸੀਂ ਇਹਦੀ ਮਸ਼ੀਨ ਲਗਾਈ ਹੈ, ਇਹ ਅਰਾਊਂਡ 5.5-6 ਲੱਖ ਦੀ ਮਸ਼ੀਨ ਹੈਗੀ ਹੈ ਜੀ। ਤੇ ਹੁਣ ਲੱਗੀ ਜੋ ਇਹਦੀ ਪੂਰੀ ਸਟਿੰਗਿੰਗ ਹੈਗੀ ਹੈ ਉਹ ਮਸ਼ੀਨ ਨਾਲ ਕੀਤੀ ਜਾਂਦੀ ਹੈ। ਓਕੇ। ਅੱਛਾ, ਇਹ ਕਿੰਨੇ ਟਾਈਮ ਦੇ ਵਿੱਚ ਤਿਆਰ ਹੋ ਜਾਂਦਾ ਸਾਰਾ? ਦੇਖੋ, ਇਹ ਇੱਕ ਰੈਕੇਟ ਨੂੰ ਸਟਿੰਗ ਕਰਨ ਲਈ ਅਰਾਊਂਡ ਅੱਧਾ ਘੰਟਾ ਲੱਗ ਜਾਂਦਾ। ਓਕੇ। ਪਹਿਲੇ ਇਹਨੂੰ ਮੈਨੂਅਲੀ ਅਸੀਂ ਇਹਦੀ ਇਦਾਂ ਤਾਰ ਪਰਾਉਂਦੇ ਆ, ਦੈਨ ਇਹਦੀ ਜਿਹੜੀ ਸਟਰੈਂਥ ਹੈ, ਟੈਂਸ਼ਨ ਹੈਗੀ ਹੈ, ਉਹ ਇਹ ਮਸ਼ੀਨ ਨਾਲ ਦਿੱਤੀ ਜਾਂਦੀ ਹੈ। ਓਕੇ।
ਮਤਲਬ ਕਿ ਪਹਿਲਾਂ ਉਹ ਭਾਜੀ ਨੇ ਉਹਨਾਂ ਨੂੰ ਬੁਣਤਾ, ਹੁਣ ਤੁਸੀਂ ਇਹਨੂੰ ਸਟਰੈਂਥ ਦੇ ਰਹੇ ਹੋ। ਸਟਰੈਂਥ ਦੇ ਰਿਹਾ, ਬਿਲਕੁਲ ਬਿਲਕੁਲ। ਅੱਛਾ, ਨਾਲ ਇਸ ਦੇ ਹੋਰ ਇਹ ਤਾਂ ਹੋ ਗਏ ਆਪਣੇ ਬੈਡਮਿੰਟਨ ਵਾਲੇ, ਹੋਰ ਕੀ ਕੀ ਕੁਛ ਜਿੱਦਾਂ ਉਹ ਇਹਦੇ ਵਿੱਚ ਜੀ ਹੋਰ ਲਾਈਕ ਹੁਣ ਅੱਜ ਕੱਲ੍ਹ ਕੀ ਹੈਗਾ ਕਿ ਜਿਹੜਾ ਬੈਡਮਿੰਟਨ ਜਿੰਨੇ ਵੀ ਖੇਲਣਾ ਹੈਗਾ ਤੇ ਉਹ ਹੁਣ ਇਹ ਨਹੀਂ ਹੈ ਕਿ ਚਿੜੀ ਛਿੱਕਾ ਫੜਿਆ ਤੇ ਸਿੱਧਾ ਖੇਲ ਲਿਆ। ਹੁਣ ਪੀਪਲ ਵਾਂਟ ਫੁੱਲ ਇਕਵਿਪਮੈਂਟ, ਉਹਨੂੰ ਕਿਟ ਬੈਗ ਚਾਹੀਦਾ ਹੈਗਾ, ਉਹਨੂੰ ਪ੍ਰੋਪਰ ਸ਼ੂਜ਼ ਚਾਹੀਦੇ ਹੈਗੇ ਆ, ਉਹਨੂੰ ਪ੍ਰੋਪਰ ਵੇਅਰਿੰਗ ਕਿਟ ਚਾਹੀਦੀ ਹੈਗੀ ਹੈ, ਜਿੱਦਾਂ ਤੁਸੀਂ ਆਪਣੇ ਪਿੱਛੇ ਦੇਖ ਰਹੇ ਹੋ। ਇਹ ਹੁਣ ਅਸੀਂ ਇੱਕ ਐਕਸਪੀਰੀਅੰਸ ਸਟੋਰ ਬਣਾਇਆ ਹੈਗਾ ਜੀ, ਤੇ ਇਹਦੀ ਓਪਨਿੰਗ ਵੀ ਹੁਣੇ ਦਿਸ ਵੀਕ ਹੈਗੀ ਹੈ, ਸੈਟਰਡੇ ਪੀਵੀ ਸਿੰਧੂ ਆ ਕੇ ਕਰ ਰਹੀ ਹੈ ਇਹਦੀ ਓਪਨਿੰਗ। ਓਕੇ ਓਕੇ ਓਕੇ। ਸੋ ਇਹ ਤੁਸੀਂ ਦੇਖ ਰਹੇ ਹੋ, ਦਿਸ ਇਜ਼ ਇੰਟਰਨੈਸ਼ਨਲ ਸਟੈਂਡਰਡ ਬੈਡਮਿੰਟਨ ਕੋਰਟ। ਓਕੇ। ਤੇ ਇੱਥੇ ਪੀਪਲ ਲੋਕੀ ਰੈਕਟਸ ਨੂੰ ਬਾਏ ਕਰਕੇ, ਸ਼ੂਜ਼ ਨੂੰ ਚੈੱਕ ਕਰਕੇ, ਉਹਨੂੰ ਐਕਸਪੀਰੀਅੰਸ ਕਰਕੇ, ਖੇਡ ਕੇ ਉਹਦੀ ਕੁਆਲਿਟੀ ਚੈੱਕ ਕਰਕੇ ਫਿਰ ਉਹਨੂੰ ਬਾਏ ਕਰਨਗੇ। ਮਤਲਬ ਜਿਹੜੇ ਸ਼ੂਜ਼ ਨੇ ਉਹ ਵੀ ਤੁਹਾਡੀ ਆਪਣੀ ਮੈਨੂਫੈਕਚਰਿੰਗ ਆ? ਨਹੀਂ, ਇਹ ਵਾਲੀ ਜਿਹੜੀ ਚੀਜ਼ ਹੈਗੀ ਹੈ, ਇਹ ਸ਼ੂਜ਼ ਜਿਹੜੇ ਹੈਗੇ ਇਹ ਇੰਪੋਰਟ ਹੋ ਰਹੇ ਹੈਗੇ ਬਾਹਰੋਂ, ਇੰਪੋਰਟ ਹੋ ਰਿਹਾ। ਕੁਝ ਰੇਂਜ ਇੰਡੀਆ ਦੇ ਵਿੱਚ ਬੰਦੀ ਪਈ ਹੈਗੀ ਹੈ ਤੇ ਮਤਲਬ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਮੈਨੂਫੈਕਚਰਿੰਗ ਦਾ ਹੋਰ ਸਕੋਪ ਮਤਲਬ ਕਿ ਵੱਧ ਰਿਹਾ ਹੈਗਾ, ਬਲਕਿ ਫਿਰ ਵੀ ਜਿਹੜੀ ਹਾਈ ਐਂਡ ਜਿਹੜੇ ਪ੍ਰੋਡਕਟਸ ਹੈਗੇ ਆ ਉਹ ਹੱਲੇ ਵੀ ਇੰਪੋਰਟ ਹੋ ਰਹੇ ਆ। ਜੀ, ਮੈਂ ਨਾਲ ਨਾਲ ਮੇਰੇ ਸਾਥੀ ਨੂੰ ਕਹਾਂਗਾ ਕਿ ਇੱਧਰ ਵੀ ਦਿਖਾਇਆ ਜਾਵੇ। ਜੀ, ਪੂਰਾ ਇੱਕ ਨੈਸ਼ਨਲ ਲੈਵਲ ਦਾ ਪੂਰਾ ਜਿਹੜਾ ਹੈਗਾ ਇਸ ਤਰ੍ਹਾਂ ਜਿੱਦਾਂ ਕਿਟਸ ਹੋ ਗਈਆਂ, ਇਹ ਸਾਰੀਆਂ ਬਿਲਕੁਲ ਪੂਰੀ ਕਿਟ ਹੈਗੀ ਹੈ ਜੀ। ਇਹਦੇ ਵਿੱਚ ਕਿਟ ਦੇ ਵਿੱਚ ਹੁਣ ਪੀਪਲ ਜਦੋਂ ਹੁਣ ਲੋਕ ਖੇਡਣ ਜਾਂਦੇ ਹੈਗੇ ਆ, ਸਟੇਡੀਅਮ ਦੇ ਵਿੱਚ ਖੇਡਣ ਜਾ ਰਹੇ ਆ, ਤੇ ਉਹ ਆਬਵੀਅਸਲੀ ਉਹ ਕਿਟ ਲੈ ਕੇ ਜਾਂਦੇ ਹੈਗੇ ਆ। ਉਹਦੇ ਵਿੱਚ ਪੂਰਾ ਇਹਨਾਂ ਦਾ ਸ਼ੂਜ਼ ਹੋ ਗਏ, ਉਹਨਾਂ ਦੇ ਟਾਲ ਹੋ ਗਿਆ ਤੇ ਸੌਕਸ ਹੋ ਗਈਆਂ, ਸਾਰਾ ਕੁਝ ਪੂਰੀ ਕਿਟ ਨਾਲ ਲੈ ਕੇ ਹੁਣ ਪ੍ਰੋਪਰ ਇਕਵਿਪਮੈਂਟ ਦੇ ਨਾਲ ਖੇਡਦੇ ਹੈਗੇ। ਬਿਲਕੁਲ। ਅੱਛਾ, ਨਾਲ ਆਪਾਂ ਚੱਲਦੇ ਹਾਂ ਕਿ ਹੋਰ ਵੀ ਚੀਜ਼ਾਂ ਜੋ ਹੈ ਇੱਥੇ ਪਈਆਂ ਉਹ ਵੀ ਸਾਰੀਆਂ ਵੇਖਣੀਆਂ ਚਾਹੁੰਦੇ ਆ। ਆ ਜਾਓ ਸਰ, ਥੋੜਾ ਧਿਆਨ ਨਾਲ। ਇਹ ਸਾਰੇ ਇੰਪੋਰਟ ਨਹੀਂ? ਹਾਂਜੀ, ਇਹ ਇੰਪੋਰਟ ਹੁੰਦੇ ਆ ਜੀ, ਇੰਪੋਰਟ ਹੁੰਦੇ ਆ। ਹੁਣ ਇਹ ਇਨਸੋਲਸ ਹੈਗੀਆਂ ਜੀ, ਸ਼ੂਜ਼, ਬਿਕੋਜ਼ ਇਹ ਗੇਮ ਬਹੁਤ ਫਾਸਟ ਹੈਗੀ ਹੈ ਐਂਡ ਬੜਾ ਪ੍ਰੈਸ਼ਰ ਪੈਂਦਾ ਹੈ ਪੈਰ ਤੇ, ਤਾਂ ਹੁਣ ਇਹਦੇ ਲਈ ਇਨਸੋਲਸ ਹੈਗੀਆਂ, ਬੋਟਲਸ, ਇਹ ਵੀ ਇਹ ਜਿਹੜੀ ਕਿਸ ਦੀ ਸੋਲ ਨਿਕਲ ਜਾਂਦੀ ਹੈ। ਹਾਂਜੀ, ਓਕੇ। ਅੱਛਾ, ਇਹ ਇਨਸੋਲ ਹੈ ਬੇਸਿਕਲੀ, ਇਹਨੂੰ ਸ਼ੂਜ਼ ਦੇ ਅੰਦਰ ਪਾਉਂਦੇ ਆਪਾਂ ਫॉर ਕੁਸ਼ਨਿੰਗ, ਐਕਸਟਰਾ ਕੁਸ਼ਨਿੰਗ ਲਈ। ਓਕੇ ਓਕੇ ਓਕੇ। ਸੌਕਸ ਵਗੈਰਾ ਹੈਗੀਆਂ, ਇਹ ਪ੍ਰੋਪਰ ਕਾਟਨ ਸੌਕਸ ਹੁੰਦੀਆਂ ਜਿਹੜਾ ਤੁਹਾਡਾ ਸਵੈਟ ਨੂੰ ਨਾ ਐਬਜ਼ੌਰਬ ਕਰਦੀਆਂ ਹੈਗੀਆਂ, ਤੇ ਉਹਦੇ ਹਿਸਾਬ ਨਾਲ ਫਿਰ ਇਸ ਗੇਮ ਲਈ ਸੌਕਸ ਵੀ ਸਪੈਸ਼ਲ ਹੈਗੀਆਂ। ਬਿਲਕੁਲ। ਐਂਡ ਦੈਨ ਫਿਰ ਵੇਅਰਸ ਆ ਜਾਂਦੇ ਹੈਗੇ ਆ। ਇਹਦੇ ਲਈ ਪ੍ਰੋਪਰ ਸਪੋਰਟਸ ਵੇਅਰ ਹੈਗਾ। ਹੁਣ ਕਿਸੇ ਨੇ ਵੀ ਜਿਹੜਾ ਪ੍ਰੋਪਰ ਗੇਮ ਖੇਡਣੀ ਹੈਗੀ ਹੈ, ਪ੍ਰੋਪਰ ਸਟ੍ਰੈਚੇਬਲ ਵੇਅਰ ਹੋਣਾ ਚਾਹੀਦਾ, ਬਿਕੋਜ਼ ਮੂਵਮੈਂਟ ਬਹੁਤ ਜ਼ਿਆਦਾ ਹੈ ਗੇਮ ਦੇ ਵਿੱਚ ਜੀ, ਤੇ ਇਸ ਕਰਕੇ ਇਹਦੇ ਵਿੱਚ ਸਾਰੇ ਬੱਚਿਆਂ ਲਈ ਵੀ, ਈਵਨ ਤੁਸੀਂ ਦੇਖ ਰਹੇ ਹੈਗੇ ਹੋ, ਐਂਡ ਫॉर ਸੀਨੀਅਰਸ ਆਲਸੋ, ਮਤਲਬ ਕਿ ਗਰਲਸ ਲਈ, ਬॉयਜ਼ ਲਈ, ਹਰ ਤਰ੍ਹਾਂ ਦੇ ਵੈਰਾਈਟੀ ਸਾਡੇ ਕੋਲ ਹੈਗੀ ਹੈ। ਓਕੇ। ਅੱਛਾ ਭਾਜੀ, ਇੰਨੇ ਲੰਬੇ ਸਮੇਂ ਤੋਂ ਤੁਸੀਂ ਇਸ ਖੇਤਰ ਦੇ ਵਿੱਚ ਹੈਗੇ ਹੋ ਨਾ, ਜਦੋਂ ਬੰਦਾ ਇੱਕ ਮੁਕਾਮ ਤੇ ਪਹੁੰਚਦਾ, ਇੱਕਦਮ ਨਹੀਂ ਪਹੁੰਚਦਾ, ਤੁਹਾਡੇ ਦਾਦਾ ਪੜਦਾਦਾ ਜੀ ਹੋਰਾਂ ਦਾ ਸੰਘਰਸ਼, ਮਿਹਨਤ ਉਹਨਾਂ ਦੀ ਹੈ, ਠੀਕ ਹੈ ਨਾ? ਬਿਲਕੁਲ ਬਿਲਕੁਲ। ਹੁਣ ਜਿਹੜੇ ਹਾਲਾਤ ਹੋਰ ਨੇ, ਪੁਰਾਣੇ ਹਾਲਾਤ ਥੋੜੇ ਹੋਰ ਸੀਗੇ, ਉਹ ਉਤਰਾਅ ਚੜ੍ਹਾਅ ਬਹੁਤ ਦੇਖੇ ਹੋਣੇ ਆ ਤੁਸੀਂ, ਕਿਵੇਂ ਸਾਰਾ ਉਹ ਸਾਡੇ ਨਾਲ ਸਾਂਝਾ ਕਰੋ। ਇੰਡਸਟਰੀ ਆਬਵੀਅਸਲੀ ਜਦੋਂ ਅਸੀਂ ਮਤਲਬ ਕਿ ਕਿਸੇ ਬਿਜ਼ਨਸ ਮਤਲਬ ਕਿ ਓਵਰਨਾਈਟ ਨਹੀਂ ਬੰਦਾ, ਬੜਾ ਟਾਈਮ ਲੱਗਦਾ ਹੈਗਾ ਬਿਜ਼ਨਸ ਨੂੰ ਬਣਾਉਣ ਲਈ, ਫੈਕਟਰੀਜ਼ ਨੂੰ ਚਲਾਉਣ ਲਈ ਬਹੁਤ ਟਾਈਮ ਲੱਗਦਾ ਹੈਗਾ। ਬਟ ਫੋਰਚੂਨੇਟਲੀ ਅਸੀਂ ਇੱਕ ਸਾਡੀ ਲਈ ਬਲੇਸਿੰਗ ਸੀ ਕਿ ਜਿਹੜੇ ਵੱਡਿਆਂ ਨੇ ਇੱਕ ਬੇਸ ਬਣਾ ਕੇ ਰੱਖਿਆ ਹੋਇਆ ਸੀ, ਸੋ ਇਹਨੂੰ ਜਿਹੜਾ ਕੰਟੀਨਿਊ ਕਰਨਾ ਥੋੜਾ ਜਿਹਾ ਈਜ਼ੀ ਸੀ ਸਾਡੇ ਲਈ, ਅਦਰ ਦੈਨ ਜਿਹਨੇ ਨਵੀਂ ਸਟਾਰਟ ਕਰਨੀ ਹੁੰਦੀ ਹੈ। ਬਟ ਇਹ ਹੈ ਕਿ ਅੱਜ ਦਾ ਜਿਹੜਾ ਬਿਜ਼ਨਸ ਹੈਗਾ ਨਾ, ਇਹ ਇੰਟਾਇਰਲੀ ਚੇਂਜ ਹੋ ਚੁੱਕਾ। ਹੁਣ ਜਿੱਦਾਂ ਹੁਣ ਉਹ ਕਹਿੰਦੇ ਨਾ ਕਿ ਤੁਸੀਂ ਮੈਨੇਜਮੈਂਟ ਨਾਲ ਤੁਹਾਡਾ ਬਿਜ਼ਨਸ ਰਨ ਹੁੰਦਾ, ਕਿ ਮੈਨੇਜਮੈਂਟ ਹੈਗੀ ਹੈ ਕਿ ਤੁਸੀਂ ਲੋਕਾਂ ਕੋਲ ਕਿੱਦਾਂ ਕੰਮ ਕਰਾ ਸਕਦੇ ਹੋ, ਗੈਟਿੰਗ ਥਿੰਗਸ ਡਨ ਫਰਮ ਅਦਰਸ, ਕਿਉਂਕਿ ਤੁਸੀਂ ਆਪ ਹੀ ਜੇ ਕੰਮ ਕਰੋਗੇ ਤੇ ਫਿਰ ਤੁਸੀਂ ਇੱਕ ਲਿਮਿਟਿਡ ਕੰਮ ਕਰ ਸਕਦੇ ਹੋ। ਸੇ ਰਾਈਟ, ਕੋਈ ਵੀ ਬਿਜ਼ਨਸ ਹੈਗਾ ਅੱਜ ਗਰੋਥ ਲਈ ਬਹੁਤ ਜ਼ਰੂਰੀ ਹੈਗਾ ਕਿ ਤੁਸੀਂ ਉਹਦਾ ਮੈਨੇਜਮੈਂਟ ਸਿਸਟਮ ਬਣਾਓ, ਠੀਕ ਹੈ ਨਾ? ਹੁਣ ਫੈਕਟਰੀਜ਼ ਵੀ ਜੇ ਰਨ ਹੁੰਦੀਆਂ ਹੈਗੀਆਂ ਤੇ ਸਿਸਟਮ ਨਾਲ ਰਨ ਹੋਣੀਆਂ ਹੈਗੀਆਂ। ਸੋ ਸਿਸਟਮ ਓਰੀਐਂਟਿਡ ਜਿਹੜੇ ਬਿਜ਼ਨਸ ਹੈਗੇ ਆ, ਉਹ ਜੋ ਲੋਕ ਕਰਨਗੇ ਉਹੀ ਗਰੋ ਕਰ ਪਾਣਗੇ। ਇਸ ਇੰਡਸਟਰੀ ਦੇ ਵਿੱਚ ਯੂਜੂਅਲੀ ਇਦਾਂ ਹੋਇਆ ਹੈ, ਕਈਆਂ ਦਾ ਡਾਊਨਫਾਲ ਵੀ ਆਇਆ ਹੈਗਾ ਜਿਨ੍ਹਾਂ ਨੇ ਟਾਈਮ ਦੇ ਨਾਲ ਚੇਂਜ ਨਹੀਂ ਕੀਤਾ। ਸੋ ਟਾਈਮ ਦੇ ਨਾਲ ਚੇਂਜ ਹੋਣਾ, ਹੁਣ ਜਿੱਦਾਂ ਅਸੀਂ ਇਹ ਸਟੋਰ ਬਣਾਇਆ ਹੈਗਾ, ਐਕਸਪੀਰੀਅੰਸ ਸਟੋਰ ਦੇ ਰਹੇ ਹਾਂ, ਹੁਣ ਇੱਥੇ ਰੈਕਟ 2000 ਰੁਪਏ ਤੋਂ ਲੈ ਕੇ 30000 ਰੁਪਏ ਤੱਕ, 40000 ਰੁਪਏ ਤੱਕ ਰੈਕਟ ਸੇਲ ਹੁੰਦਾ, ਇੱਕ ਬੈਡਮਿੰਟਨ ਰੈਕਟ। ਸੋ ਉਹ ਬੇਸਿਕਲੀ ਕੀ ਹੈ ਨਾ, ਦੈਟ ਇਜ਼ ਦ ਨੀਡ ਆਫ ਆਰ, ਕਿ ਲੋਕਾਂ ਨੂੰ ਇਹ ਚੀਜ਼ ਚਾਹੀਦੀ ਹੈਗੀ ਹੈ, ਐਂਡ ਉਹਦੇ ਨਾਲ ਸਾਨੂੰ ਵੀ ਚੇਂਜ ਕਰਨਾ ਪਏਗਾ। ਅਸੀਂ ਪ੍ਰੋਵਾਈਡ ਕਰਾਂਗੇ ਉਹ ਚੀਜ਼ਾਂ, ਤੇ ਅਲਟੀਮੇਟਲੀ ਅਸੀਂ ਮਤਲਬ ਕਿ ਗੇਮ ਦੇ ਵਿੱਚ ਰਵਾਂਗੇ। ਹੁਣ ਜੇ ਅਸੀਂ ਟ੍ਰੈਡੀਸ਼ਨਲ ਬਿਜ਼ਨਸ ਨੂੰ ਫੋਲੋ ਕਰਦੇ ਰਹਿੰਦੇ ਤੇ ਆਬਵੀਅਸਲੀ ਅਸੀਂ ਗਰੋਥ
ਹਰ ਬੰਦੇ ਦੀ ਫਿਰ ਰੁਕ ਜਾਂਦੀ ਹੈਗੀ ਹੈ ਜੇ ਉਹ ਚੇਂਜ ਨਹੀਂ ਕਰੇਗਾ ਟਾਈਮ ਨਾਲ। ਤੁਸੀਂ ਰੈਕਟਸ ਦੀ ਗੱਲ ਕੀਤੀ, ਉਹਦੀ ਕਾਸਟ ਕਹੀ 2-3 ਹਜ਼ਾਰ ਤੋਂ ਲੈ ਕੇ 30 ਹਜ਼ਾਰ ਤੱਕ ਹੈ। ਹਾਂਜੀ ਹਾਂਜੀ 30 ਹਜ਼ਾਰ ਮੈਕਸਿਮਮ ਆ ਜਾਂ ਉਸ ਤੋਂ ਉੱਪਰ ਵੀ ਚੱਲੀ ਜਾਂਦੀ ਹੁੰਦੀ ਹੈ? 40-50 ਹਜ਼ਾਰ ਤੱਕ ਵੀ ਰੈਕਟ ਜਾਂਦੇ ਹੈਗੇ ਆ ਬੈਡਮਿੰਟਨ ਰੈਕਟ। ਅੱਜ ਤੋਂ ਕੋਈ 10 ਸਾਲ ਪਹਿਲਾਂ ਅਸੀਂ ਸੋਚ ਵੀ ਨਹੀਂ ਸਕਦੇ ਸੀ ਰੈਕਟ ਕਿੰਨਾ 50-100 ਰੁਪਏ ਦਾ ਰੈਕਟ ਵਿਕਦਾ ਸੀ, ਉਹ ਵੀ ਵਿਕਦਾ ਹੈਗਾ ਅੱਜ 20 ਰੁਪਏ 20 ਤੇ ਨਹੀਂ ਹੈਗਾ 50 to 60 ਰੁਪਏ ਤੋਂ ਸਟਾਰਟ ਵਿੱਚ ਹੋ ਜਾਂਦਾ ਹੈਗਾ। ਬਟ ਹੁਣ ਜਿਹੜੇ ਪ੍ਰੋਫੈਸ਼ਨਲ ਲੋਕ ਹੈਗੇ ਆ ਉਹਦੇ ਕਾਰਬਨ ਦੇ ਰੈਕਟਸ ਬੰਦੇ ਹੈਗੇ ਗ੍ਰੇਫਾਈਟ ਦੇ, ਤੇ ਦੈਟ ਇਜ਼ ਅ ਲਾਈਟਰ ਮਟੀਰੀਅਲ। 80-85 ਗ੍ਰਾਮ ਦਾ ਰੈਕਟ ਹੈਗਾ, 70 ਗ੍ਰਾਮ ਦਾ ਰੈਕਟ ਹੈਗਾ, ਬਿਕੋਜ਼ ਆਬਵੀਅਸਲੀ ਤੁਸੀਂ ਪ੍ਰੋਫੈਸ਼ਨਲੀ ਖੇਲਣਾ ਤਾਂ ਤੁਹਾਨੂੰ ਉਹ ਗ੍ਰੇਡ ਦੇ ਰੈਕਟ ਚਾਹੀਦੇ। ਐਂਡ ਲੋਕਾਂ ਦੀ ਪੇਇੰਗ ਕੈਪੈਸਿਟੀ ਵੀ ਵੱਧਦੀ ਹੈਗੀ ਆ। ਇੰਡੀਆ ਆਬਵੀਅਸਲੀ ਗਰੋ ਕਰ ਰਿਹਾ, ਭਾਵੇਂ ਲੋਕ ਜਿੰਨਾ ਮਰਜ਼ੀ ਕਹੀ ਜਾਣ, ਲੋਕਾਂ ਦੀ ਪੇਇੰਗ ਕੈਪੈਸਿਟੀ ਵੱਧਦੀ ਹੈ। ਅਸੀਂ ਦੇਖਦੇ ਹੈਗੇ ਆ ਲੋਕੀ ਖਾਸ ਕਰ ਸਪੋਰਟਸ ਦੇ ਵਿੱਚ ਤਾਂ ਬਹੁਤ ਜ਼ਿਆਦਾ ਇਹ ਬਹੁਤ ਚੇਂਜ ਆਇਆ ਹੈ, ਬਿਕੋਜ਼ ਯੂਜੂਅਲੀ ਪਹਿਲੇ ਲੋਕ ਨਹੀਂ ਇੰਨਾ ਸਪੈਂਡ ਕਰਦੇ ਸੀ। ਹੁਣ ਪੇਰੈਂਟਸ ਵੀ ਚਾਹੁੰਦੇ ਕਿ ਸਾਡੇ ਬੱਚੇ ਅਗਰ ਖੇਡਣ ਜਾ ਰਿਹਾ ਹੈਗਾ ਤੇ ਪ੍ਰੋਪਰ ਕਿੱਟ ਦੇ ਨਾਲ ਜਾਏ। ਐਂਡ ਤੁਸੀਂ ਮੰਨੋਗੇ ਕਿ ਹੁਣ ਫਰਮ ਲਾਸਟ 2-3 ਇਅਰਸ ਇਹ ਟ੍ਰੈਂਡ ਹੋਰ ਇੰਕਰੀਜ਼ ਕਰ ਰਿਹਾ, ਬਿਕੋਜ਼ ਪੇਰੈਂਟਸ ਨੂੰ ਸਮਝ ਆ ਰਿਹਾ ਕਿ ਬੱਚੇ ਬਹੁਤ ਇਹ ਮੋਬਾਈਲ ਐਂਡ ਟੀਵੀ ਐਂਡ ਇਹਦੇ ਵਿੱਚ ਬਹੁਤ ਜ਼ਿਆਦਾ ਇੰਡਲਜ ਹੋ ਗਏ ਸੀ। ਬਟ ਹੁਣ ਪੀਪਲ ਦੁਬਾਰਾ ਇਹ ਜਿਹੜੀ ਚੇਂਜ ਆ ਰਿਹਾ ਗੇਮ 'ਚ ਆ ਰਿਹਾ, ਅਕੈਡਮੀਜ਼ ਬਣ ਰਹੀਆਂ ਹੈਗੀਆਂ ਐਂਡ ਲੋਕ ਬਹੁਤ ਜ਼ਿਆਦਾ ਹੁਣ ਇਹਦੇ ਨਾ ਦੂਸਰੀਆਂ ਗੇਮਾਂ ਪ੍ਰਤੀ ਵੀ ਆ ਰਹੇ ਨੇ ਬਾਹਰ। ਪਹਿਲਾਂ ਇਹਦੇ ਵਿੱਚ ਇੱਕ ਦੇਖਣ ਨੂੰ ਮਿਲਦਾ ਸੀ ਕਿ ਕ੍ਰਿਕਟ ਵੱਲ ਜ਼ਿਆਦਾ ਭੂਤ ਸੀ ਆਪਣੇ, ਪਰ ਹੁਣ ਕ੍ਰਿਕਟ ਨੂੰ ਹਟ ਕੇ ਹੋਰ ਵੀ ਗੇਮਾਂ ਵੱਲ ਆਪਣਾ ਯੂਥ ਜਾ ਰਿਹਾ। ਬਿਲਕੁਲ ਐਗਜ਼ੈਕਟਲੀ, ਕਿਉਂਕਿ ਦੇਖੋ ਹੁਣ ਕੀ ਹੋ ਗਿਆ, ਹੁਣ ਗਵਰਨਮੈਂਟ ਦੀ ਵੀ ਸਪੋਰਟ ਅੱਛੀ ਹੈ ਹਰ ਗੇਮ ਬਾਰੇ। ਪਹਿਲੇ ਕੀ ਹੁੰਦਾ ਸੀ, ਇੰਨਾ ਲੋਕ ਗਵਰਨਮੈਂਟ ਵੀ ਫੰਡ ਸਪੈਂਡ ਨਹੀਂ ਕਰਦੀ ਸੀ, ਬਟ ਹੁਣ ਗਵਰਨਮੈਂਟ ਇਜ਼ ਵੈਰੀ ਅਗਰੈਸਿਵ, ਭਾਵੇਂ ਉਹ ਸਟੇਟ ਗਵਰਨਮੈਂਟ ਹੋਏ ਭਾਵੇਂ ਸੈਂਟਰ ਗਵਰਨਮੈਂਟ ਹੋਏ, ਬਟ ਦੇ ਆਰ ਵੈਰੀ ਅਗਰੈਸਿਵ ਇਨ ਡਿਵੈਲਪਿੰਗ ਸਪੋਰਟਸ। ਤੇ ਇਸ ਕਰਕੇ ਉਹਨਾਂ ਦਾ ਵੀ ਬਹੁਤ ਇੰਪੋਰਟੈਂਟ ਰੋਲ ਹੈਗਾ, ਬਿਕੋਜ਼ ਜਦੋਂ ਗਵਰਨਮੈਂਟ ਬੂਸਟ ਕਰਦੀ ਹੈਗੀ ਇਹਨੂੰ ਤੇ ਆਬਵੀਅਸਲੀ ਜਦੋਂ ਪਲੇਅਰਸ ਨੂੰ ਅੱਛੀ ਇਹਦੀ ਰਿਟਰਨ ਮਿਲ ਰਹੀ ਹੈਗੀ, ਅੱਛੇ ਪੈਸੇ ਮਿਲ ਰਹੇ ਖੇਡਣ ਲਈ, ਤੇ ਉਹ ਇਸ ਕਰਕੇ ਸਾਰੀ ਸਪੋਰਟਸ ਪ੍ਰਮੋਟ ਹੋ ਰਹੀਆਂ ਹੈਗੀਆਂ। ਇੰਡਸਟਰੀ ਨੂੰ ਡਿਵੈਲਪ ਕਰਨ ਲਈ ਸਰਕਾਰ ਦਾ ਕਿੰਨਾ ਕੁ ਸਾਥ ਤੁਹਾਨੂੰ ਬਣਿਆ ਹੋਇਆ? ਦੇਖੋ ਸਰਕਾਰ ਹੈਲਪ ਕਰਦੀ ਆ ਲਈ ਇਹ ਥੋੜੀ ਜਿਹੀ ਅਨਫੋਰਚੂਨੇਟ ਹੈਗਾ ਸਾਡੇ ਲਈ ਕਿ ਸਰਕਾਰ ਉਸ ਮਤਲਬ ਕਿ ਇਹ ਨਾ ਇੱਕ ਸਮਾਲ ਸਕੇਲ ਇੰਡਸਟਰੀ ਹੈ ਸਪੋਰਟਸ ਇੰਡਸਟਰੀ, ਇਹਦੇ ਵੱਲ ਹਰੇ ਇੰਨਾ ਧਿਆਨ ਜਿਹੜੀ ਸਰਕਾਰ ਨਹੀਂ ਦੇ ਰਹੀ। ਬਟ ਡੈਫੀਨੇਟਲੀ ਹੁਣ ਜੋ ਆਉਣ ਵਾਲਾ ਟਾਈਮ ਹੈਗਾ, ਅਸੀਂ ਗਵਰਨਮੈਂਟ ਨੂੰ ਅਪਰੋਚ ਕਰ ਰਹੇ ਹਾਂ ਥਰੂ ਐਸੋਸੀਏਸ਼ਨਸ ਐਂਡ ਆਲ, ਔਰ ਹੁਣ ਸਰਕਾਰ ਸੁਣਦੀ ਹੈ। ਜੇ ਤੁਸੀਂ ਐਜ਼ ਅ ਐਸੋਸੀਏਸ਼ਨ ਜਾਂਦੇ ਹੈਗੇ ਹੋ ਨਾ ਗਵਰਨਮੈਂਟ ਕੋਲ, ਤੇ ਉਹ ਤੁਹਾਡੀ ਗੱਲ ਸੁਣਦੀ ਹੈਗੀ ਬਿਲਕੁਲ। ਤੇ ਉਮੀਦ ਹੈਗੀ ਹੈ ਕਿ ਆਉਣ ਵਾਲੇ ਟਾਈਮ ਤੇ ਗਵਰਨਮੈਂਟ ਸਪੋਰਟ ਕਰੇਗੀ, ਕਿਉਂਕਿ ਜਿੱਦਾਂ ਅਸੀਂ ਇੱਕ ਇੰਡਸਟਰੀ ਦੀ ਵੀ ਸਟੋਰੀ ਕੀਤੀ ਲੁਧਿਆਣਾ ਦੇ ਵਿੱਚ ਹੌਜਰੀ ਦੀ, ਉਹਨਾਂ ਦੀਆਂ ਸਮੱਸਿਆਵਾਂ ਬਹੁਤ ਸਾਰੀਆਂ ਸਨ, ਹੈਨਾ, ਹਰ ਇੱਕ ਦੀਆਂ ਆਪਣੀਆਂ ਸਮੱਸਿਆਵਾਂ ਹੁੰਦੀਆਂ, ਸਪੋਰਟ ਇੰਡਸਟਰੀ ਦੀਆਂ ਆਪਣੀਆਂ ਨੇ, ਹੈਨਾ। ਤਾਂ ਉਹ ਕਹਿ ਰਹੇ ਸੀ ਕਿ ਉੱਦਾਂ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ, ਵੀ ਹੋਰ ਤਾਂ ਛੱਡੋ ਵੀ ਲੁਧਿਆਣਾ ਇੱਕ ਐਡੀ ਵੱਡੀ ਇੰਡਸਟਰੀ ਆ, ਇੱਥੇ ਕੋਈ 에ਅਰਪੋਰਟ ਨਹੀਂ ਹੈ, ਹੈਨਾ, ਲੁਧਿਆਣੇ ਦੇ ਨਾਲ ਹੀ ਜਲੰਧਰ ਕੋਈ ਬਹੁਤਾ ਦੂਰ ਨਹੀਂ ਹੈ। ਤਾਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੈਗੀਆਂ। ਇੰਪੋਰਟ ਐਕਸਪੋਰਟ ਕਰਨ ਵੇਲੇ ਕਿਸੇ ਨੇ ਬਾਹਰੋਂ ਆਉਣਾ ਆ, ਹੈਨਾ, ਉਹ ਦਿੱਲੀ ਤੋਂ ਜਲੰਧਰ ਆਊਗਾ, ਕਿੰਨਾ ਸਮਾਂ ਲੱਗ ਜਾਂਦਾ। ਆਬਵੀਅਸਲੀ ਗਵਰਨਮੈਂਟ ਦਾ ਕੰਟਰੀਬਿਊਸ਼ਨ ਬਹੁਤ ਜ਼ਿਆਦਾ ਰਹੇਗਾ ਇਸ ਚੀਜ਼ ਦੇ ਵਿੱਚ ਕਿ ਤੁਹਾਡਾ ਜਿਹੜਾ ਟਰਾਂਸਪੋਰਟੇਸ਼ਨ ਸਿਸਟਮ 에ਅਰਪੋਰਟਸ ਬਿਲਡ ਕਰਨ, ਬਟ ਉਹ ਓਵਰਨਾਈਟ ਨਹੀਂ ਹੋਏਗਾ। ਅਸੀਂ ਲੋਕ ਗਵਰਨਮੈਂਟ ਨੂੰ ਬਹੁਤ ਬਲੇਮ ਕਰਦੇ ਹਾਂ, ਬਟ ਰਾਈਟ ਨਾਓ ਦ ਗਵਰਨਮੈਂਟ ਇਜ਼ ਵੈਰੀ ਪੋਜ਼ਿਟਿਵ ਜਿਹੜੀ ਹੈਗੀ ਹੈ। ਜੇ ਤੁਸੀਂ ਉਸ ਨੂੰ ਗੱਲ ਕਰੋਗੇ ਤੇ ਉਹ ਤੁਹਾਡੀ ਗੱਲ ਸੁਣਦੀ ਹੈਗੀ ਹੈ। ਤੇ ਹੁਣ ਜੋ ਬੰਦੇ ਕਹਿੰਦੇ ਆ ਕਿ ਨਹੀਂ ਯਾਰ ਇੰਡਸਟਰੀ ਨਹੀਂ ਗਰੋ ਹੋ ਰਹੀ, ਇਹ ਨਹੀਂ ਹੋ ਰਿਹਾ, ਗਵਰਨਮੈਂਟ ਵੱਲੋਂ ਸਪੋਰਟ ਨਹੀਂ, ਉਹ ਸਭ ਬਾਨੇ ਹੈਗੇ ਆ। ਜੇ ਕੋਈ ਗਰੋ ਕਰਨਾ ਚਾਹੁੰਦਾ ਤਾਂ ਗਰੋ ਕਰ ਜਾਏਗਾ, ਠੀਕ ਹੈ ਨਾ। ਹਾਂ, ਗਵਰਨਮੈਂਟ ਦੀ ਅਸਿਸਟੈਂਟ ਤੁਹਾਨੂੰ ਚਾਹੀਦੀ ਹੈਗੀ ਹੈ, ਸਪੋਰਟ ਚਾਹੀਦੀ ਹੈ, ਪਰ ਇੰਨੀ ਨਹੀਂ ਚਾਹੀਦੀ, ਸਿਰਫ 10% ਚਾਹੀਦੀ ਹੈ, ਬਾਕੀ ਤੁਹਾਡਾ ਆਪਣਾ ਐਫਰਟ ਹੈ। ਤੁਸੀਂ ਸਪੈਂਡ ਕਰੋ R&D ਤੇ। ਸਾਡੀ ਮਤਲਬ ਕਿ ਸਾਡੀ ਇੱਕ ਸੋਚ ਇਦਾਂ ਦੀ ਸੀ ਕਿ ਅਸੀਂ ਲੋਕ ਰਿਸਰਚ ਐਂਡ ਡਿਵੈਲਪਮੈਂਟ 'ਤੇ ਸਪੈਂਡ ਹੀ ਨਹੀਂ ਕਰਦੇ ਸੀ, ਠੀਕ ਹੈ ਨਾ। ਤੁਸੀਂ ਸਪੈਂਡ ਕਰੋਗੇ ਤਾਂ ਆਟੋਮੈਟਿਕਲੀ ਗਰੋ ਕਰੇਗੀ। ਉਹ ਜਿਹੜਾ 10% ਫੈਕਟਰ ਹੈ ਗਵਰਨਮੈਂਟ ਦਾ, ਜਦੋਂ ਇੰਡਸਟਰੀ ਗਰੋ ਕਰ ਰਹੀ ਹੁੰਦੀ ਹੈ ਤੇ ਉਹ ਆਬਵੀਅਸਲੀ ਤੁਸੀਂ ਜਾ ਕੇ ਮੰਗੋਗੇ ਤਾਂ ਤੁਹਾਨੂੰ ਦੇਗੀ। ਮਤਲਬ ਕਿ ਬਿਲਕੁਲ ਹੀ ਤੁਸੀਂ ਗਵਰਨਮੈਂਟ ਨੂੰ ਇਹ ਕਹਿਣਾ ਕਿ ਇਹਦੀ ਕੋਈ ਸਪੋਰਟ ਨਹੀਂ ਹੈ, ਇਹਦੀ ਕਰਕੇ ਇੰਡਸਟਰੀ ਨਹੀਂ ਗਰੋ ਹੋ ਰਹੀ, ਉਹ ਮੇਰੇ ਹਿਸਾਬ ਨਾਲ ਉਹ ਬਹਾਨੇ ਹੈਗੇ ਆ। ਮਤਲਬ ਕਿ ਬੰਦਾ ਆਪਣੇ ਆਪ ਨੂੰ ਸੈਟੀਸਫਾਈ ਕਰ ਲੈਂਦਾ ਕਹਿ ਕੇ, ਬਟ ਹੂਐਵਰਸ ਵਾਂਟ ਟੂ ਗਰੋ ਕਰ ਰਹੇ ਆ। ਹੁਣ ਤੁਸੀਂ ਦੇਖੇ ਹੈ ਕਈ ਇੰਡਸਟਰੀਜ਼ ਜਾਂ ਤੇ ਹੈ ਨਾ, ਕੋਈ ਵੀ ਇੰਡਸਟਰੀ ਗਰੋ ਨਾ ਕਰੇ, ਇੰਨੀ ਵੱਡੀ ਇੰਡਸਟਰੀ ਲੱਗੀਆਂ ਹੈਗੀਆਂ, ਇੰਨੀਆਂ ਫੈਕਟਰੀਜ਼ ਚੱਲ ਰਹੀਆਂ ਹੈਗੀਆਂ, ਇਵੈਂਚੁਅਲੀ ਉਹ ਕੰਮ ਵੱਧ ਰਿਹਾ ਹੈਗਾ। ਤੇ ਮਤਲਬ ਕਿ ਰਾਦਰ ਦੈਨ ਅਸੀਂ ਉਸ ਚੀਜ਼ ਨੂੰ ਮਤਲਬ ਕਿ ਬਲੇਮ ਦੇਣ ਦੀ ਬਜਾਏ ਜ਼ਿਆਦਾ ਫੋਕਸ ਕਰੀਏ ਆਪਣੇ ਕੰਮ 'ਚ, R&D 'ਚ ਜ਼ਿਆਦਾ ਪੈਸੇ ਸਪੈਂਡ ਕਰੀਏ, ਤੇ ਡੈਫੀਨੇਟਲੀ ਤੁਹਾਨੂੰ ਗਰੋਥ ਮਿਲੇਗੀ। ਇੰਡੀਆ ਦੇ ਵਿੱਚ ਕਿੱਥੇ ਕਿੱਥੇ ਹੁਣ ਤੱਕ ਜਿਹੜਾ ਹੈਗਾ ਇੱਥੋਂ ਜਲੰਧਰ ਦਾ ਬਣਿਆ, ਤੁਹਾਡੀ ਕੰਪਨੀ ਦਾ ਬਣਿਆ ਹੋਇਆ ਮਾਲ ਕਿੱਥੋਂ ਕਿੱਥੋਂ ਤੱਕ ਜਾ ਚੁੱਕਿਆ?
ਸਰ ਸਾਡਾ ਬੇਸਿਕਲੀ ਆਲ ਓਵਰ ਇੰਡੀਆ, ਮਤਲਬ ਕਿ ਤੁਸੀਂ ਲਓ ਕਿ ਕਸ਼ਮੀਰ ਤੋਂ ਲੈ ਕੇ ਪੂਰੇ ਕੰਨਿਆ ਕੁਮਾਰੀ ਤੱਕ ਵੀ ਹੈਵ ਡੀਲਰਸ ਅਰਾਊਂਡ ਸਾਡੇ 2000 ਸਪੋਰਟਸ ਸ਼ਾਪਸ ਹੈਗੀਆਂ ਜਿਨ੍ਹਾਂ ਨੂੰ ਮਾਲ ਅਸੀਂ ਸਪਲਾਈ ਕਰਦੇ ਹੈਗੇ ਆ ਜੀ। ਤੇ ਆਲ ਓਵਰ ਇੰਡੀਆ, ਮਤਲਬ ਕਿ ਕੋਈ ਇਦਾਂ ਦਾ ਨਹੀਂ ਜਗ੍ਹਾ ਹੋਏਗੀ, ਭਾਵੇਂ ਨਾਰਥ ਈਸਟ ਹੋ ਜਾਏ ਜਾਂ ਐਕਸਟ੍ਰੀਮ ਤੁਹਾਡੇ ਸਾਊਥ ਦੇ ਵਿੱਚ ਹੋ ਜਾਣ, ਸਾਰੀ ਜਗ੍ਹਾ ਤੋਂ ਜਲੰਧਰੋਂ ਮਤਲਬ ਕਿ ਮਾਲ ਜਾਂਦਾ ਹੈਗਾ, ਸਾਰਾ ਸਪੋਰਟਸ ਦਾ ਸਮਾਨ ਆਲ ਓਵਰ ਇੰਡੀਆ ਜਾਂਦਾ ਹੈਗਾ ਐਂਡ ਐਕਸਪੋਰਟ ਵੀ ਹੁੰਦਾ ਹੈਗਾ। ਅਸੀਂ ਆਸਟ੍ਰੇਲੀਆ ਦੇ ਵਿੱਚ, ਯੂਰਪ ਦੇ ਵਿੱਚ ਹੁਣ ਫੁੱਟਬਾਲਸ ਹੈਗੀਆਂ, ਸੌਕਰ ਬਾਲਸ ਹੈਗੀਆਂ ਜਾਂ ਰਗਬੀ ਬਾਲਸ ਹੈਗੀਆਂ, ਉਹ ਸਭ ਤੋਂ ਜ਼ਿਆਦਾ ਜਲੰਧਰ ਦੇ ਵਿੱਚੋਂ ਐਕਸਪੋਰਟ ਹੁੰਦੀਆਂ ਹੈਗੀਆਂ ਵਰਲਡ ਵਾਈਡ। ਓਕੇ। ਤੇ ਉਹਦੇ ਵਿੱਚ ਸਾਡਾ ਬੜਾ ਮੋਨੋਪਲੀ ਹੈਗੀ ਹੈ ਰਗਬੀ ਬਾਲਸ ਦੇ ਵਿੱਚ। ਸੋ ਇਦਾਂ ਦੀ ਕੁਝ ਬਹੁਤ ਆਈਟਮਸ ਹੈਗੀਆਂ ਜਿਹੜੀਆਂ ਐਕਸਪੋਰਟ ਹੁੰਦੀਆਂ ਹੈਗੀਆਂ ਇੱਥੋਂ ਔਰ ਵਰਲਡ ਵਾਈਡ ਜਾਂਦੀਆਂ ਹੈਗੀਆਂ। ਬਿਲਕੁਲ। ਅੱਛਾ, ਤੁਹਾਡੇ ਇੱਥੇ ਕੰਪਨੀ ਦੇ ਵਿੱਚ ਕਿੰਨੇ EMPLOYEES ਨੇ? ਸਾਡੇ ਟੋਟਲ ਅਰਾਊਂਡ ਵਰਕਰਸ ਐਂਡ EMPLOYEES ਮਿਲਾ ਕੇ ਅਰਾਊਂਡ 150 ਹੈਗੇ ਆ ਜੀ। 150। ਅੱਛਾ, ਉਹ ਸਾਰੇ ਪੰਜਾਬੀ ਨੇ ਜਾਂ ਸਟੇਟ ਤੋਂ ਵੀ ਬਾਹਰ ਨਹੀਂ, ਉਹਦੇ ਵਿੱਚ ਪੰਜਾਬੀ ਤੇ 20-25% ਹੀ ਹੈਗੇ ਆ, ਬਾਕੀ ਤਾਂ ਸਾਰੇ ਕੈਨੇਡਾ ਹੀ ਚਲੇ ਗਏ। ਇਹ ਕਿਉਂਕਿ ਮੇਰਾ ਸਵਾਲ ਪੁੱਛਣ ਦਾ ਇਹੀ ਉਹ ਸੀਗਾ ਵੀ ਅਸੀਂ ਜਿੱਦਾਂ ਲੁਧਿਆਣਾ ਦੇ ਵਿੱਚ ਵੀ ਅਸੀਂ ਇੱਕ ਸਟੋਰੀ ਕੀਤੀ ਨਾ, ਤਾਂ ਉਹਨਾਂ ਨੇ ਵੀ ਇਹ ਸਾਨੂੰ ਦੱਸਿਆ ਵੀ ਪੰਜਾਬੀ ਬਹੁਤ ਘੱਟ ਨੇ, ਸਾਰੇ ਕਸ਼ਮੀਰ ਦੇ ਜਾਂ ਯੂਪੀ ਦੇ ਕਾਰੀਗਰ ਨੇ ਹੌਜ਼ਰੀ ਦੇ। ਤਾਂ ਸੇਮ ਉਹੀ ਗੱਲ ਨਿਕਲ ਕੇ ਆ ਗਈ। ਸੇਮ ਇਹੀ ਹੈ। ਕੀ ਦੇਖਦੇ ਹੋ ਵੀ ਪੰਜਾਬੀਆਂ ਦਾ ਇੰਟਰਸਟ ਹੈ ਨਹੀਂ ਕੰਮ ਵੱਲ, ਜਾਂ ਉਹ ਸਕਿੱਲ ਹੈ ਨਹੀਂ ਗੀ ਵੀ ਕਿਸੇ ਕੰਪਨੀ 'ਚ ਜਾਂ ਉੱਦਾਂ ਇੰਡਸਟਰੀ 'ਚ ਕੰਮ ਕਰ ਸਕਣ? ਹੁਣ ਟਾਈਮ ਹੈ ਨਾ, ਹੁਣ ਟਾਈਮ ਮੈਂ ਤੇ ਵੈਸੇ ਇਹੀ ਕਹੂੰਗਾ ਕਿ ਹੁਣ ਦਿਸ ਇਜ਼ ਦ ਬੈਸਟ ਟਾਈਮ ਕਿ ਇੱਥੇ ਜੇ ਰਹਿ ਕੇ, ਹੁਣ ਮੈਂ ਤੁਹਾਨੂੰ ਲੋਕ ਕਹਿੰਦੇ ਇੰਪਲੋਇਮੈਂਟ ਨਹੀਂ ਹੈਗੀ, ਸਾਨੂੰ ਸਟਾਫ ਨਹੀਂ ਪ੍ਰੋਪਰ ਮਿਲ ਰਿਹਾ। ਅਸੀਂ ਵੀ ਆਰ ਮਤਲਬ ਕਿ ਰੈਡੀ ਟੂ ਪੇ ਐਨੀ ਸੈਲਰੀ, ਓਕੇ, ਬਟ ਸਾਨੂੰ ਸਟਾਫ ਪ੍ਰੋਪਰ ਨਹੀਂ ਮਿਲਦਾ, ਲੇਬਰ ਪ੍ਰੋਪਰ ਨਹੀਂ ਮਿਲ ਰਹੀ। ਸੋ ਲੋਕ ਕਹਿੰਦੇ, ਮੈਂ ਕਹਿੰਦਾ ਇੱਥੇ ਤੇ ਕੰਮ ਦੀ ਲੋੜ ਹੈਗੀ ਆ ਲੋਕਾਂ ਨੂੰ, ਰਾਦਰ ਦੈਨ ਬਾਹਰ ਜਾਣ ਦੀ ਬਜਾਏ ਨਾ ਇੱਥੇ ਫੋਕਸ ਕਰਨ, ਇੱਥੇ ਉਹਨਾਂ ਨੂੰ ਬਾਹਰ ਨਾਲੋਂ ਜ਼ਿਆਦਾ ਗਰੋਥ ਮਿਲੇਗੀ। ਸਹੀ ਗੱਲ ਹੈ। ਨਾਲੇ ਘਰ ਦੇ ਵਿੱਚ ਜਾਨੇ ਘਰ ਦੇ ਵਿੱਚ ਹੈਗੇ ਆ, ਪਲੱਸ ਉੱਥੇ ਜੋ ਖਰਚਾ ਕਰਕੇ ਇਵੈਂਚੁਅਲੀ ਜੋ ਉਹ ਮਹੀਨੇ ਦਾ ਬਚਾਉਂਦੇ ਆ। ਹੁਣ ਤੁਸੀਂ ਮੈਨੂੰ ਇੱਕ ਛੋਟੀ ਜਿਹੀ ਗੱਲ ਦੱਸੋ ਕਿ ਬਾਹਰ ਜਦੋਂ ਵੀ ਕੋਈ ਲੋਕ ਜਾਂਦੇ ਆ ਤਾਂ ਉੱਥੇ ਡਿਸਕਸ਼ਨ ਕੀ ਹੋ ਰਹੀਆਂ ਹੁੰਦੀਆਂ ਜਦੋਂ ਬਾਹਰ ਆਉਂਦੇ, ਉੱਥੇ 90% ਗਰੋਸਰੀ ਦੀ ਡਿਸਕਸ਼ਨ ਕਰ ਰਹੇ ਨੇ, ਗਰੋਸਰੀ ਇੰਨੀ ਮਹਿੰਗੀ ਹੋ ਗਈ, ਇਹ ਹੋ ਗਿਆ। ਅੱਜ ਕੋਈ ਵੀ ਪੰਜਾਬੀ ਬੰਦਾ ਪੰਜਾਬ 'ਚ ਰਹਿੰਦੇ ਹੋਇਆ, ਭਾਵੇਂ ਉਹ ਘੱਟ ਤੋਂ ਘੱਟ ਸੈਲਰੀ ਵੀ ਲੈ ਰਿਹਾ, ਉਹਨੇ ਕਦੀ ਇਹ ਡਿਸਕਸ਼ਨ ਨਹੀਂ ਕੀਤਾ ਕਿ ਮੈਨੂੰ ਗਰੋਸਰੀ ਦੀ ਡਿਸਕਸ਼ਨ ਨਹੀਂ ਕਰਦਾ, ਵਧੀਆ ਖਾਂਦਾ, ਵਧੀਆ ਰਹਿੰਦਾ ਹੈਗਾ। ਸੋ ਇੱਥੇ ਗਰੋਥ ਹੈਗੀ ਹੈ, ਮੈਂ ਹਮੇਸ਼ਾ ਉਹੀ ਕਹੂੰਗਾ, ਬਟ ਲੋਕਾਂ ਦਾ ਮਾਈਂਡ ਸੈਟ ਥੋੜਾ ਚੇਂਜ ਹੋਣ ਦੀ ਲੋੜ ਹੈਗੀ ਹੈ, ਬਟ ਹੋ ਰਿਹਾ ਹੁਣ। ਦੋਸਤੋ, ਇਹ ਬੜਾ ਇੱਕ ਸੋਹਣੀ ਸਾਨੂੰ ਗੱਲ ਮਿਲੀ ਹੈ, ਜਿੱਦਾਂ ਭਾਜੀ ਨੇ ਸਾਨੂੰ ਦੱਸਿਆ ਕਿ ਲੋਕ ਕਹਿੰਦੇ ਆ ਕਿ ਪੰਜਾਬ 'ਚ ਕੰਮ ਹੈ ਨਹੀਂ, ਇਹ ਬਹਾਨਾ ਲਾ ਕੇ ਬਾਹਰ ਨੂੰ ਜਾ ਰਹੇ ਆ, ਆਇਲਸ ਕਰਕੇ ਜਾਂ ਹੋਰ ਕਿਸੇ ਤਰੀਕੇ ਨਾਲ ਵੀ ਕਿਸੇ ਵੀ ਬਹਾਨੇ ਨਾਲ ਜਾਇਆ ਜਾਵੇ, ਬਾਹਰ ਜਾਇਆ ਜਾਵੇ। ਪਰ ਭਾਜੀ ਕਹਿ ਰਿਹਾ ਸਾਨੂੰ ਇੱਥੇ ਸਟਾਫ ਨਹੀਂ ਪੂਰਾ ਆ ਰਿਹਾ, ਸਾਨੂੰ ਉਸ ਤਰ੍ਹਾਂ ਦੀ ਸਕਿੱਲ ਵਾਲਾ ਇੱਥੇ ਸਟਾਫ ਨਹੀਂ ਮਿਲ ਰਿਹਾ। ਦੋਨਾਂ ਗੱਲਾਂ ਦੀਆਂ ਦੋਨੇ ਤਸਵੀਰਾਂ ਵੱਖਰੋ ਵੱਖਰੀਆਂ ਨੇ। ਬਾਹਰ ਜਾਣ ਵਾਲਿਆਂ ਦਾ ਬਹਾਨਾ ਆਪਣੀ ਜਗ੍ਹਾ ਤੇ ਆ, ਪਰ ਭਾਜੀ ਹੋਰਾਂ ਦਾ ਜਿਹੜਾ ਪੱਖ ਆ ਉਹ ਵੀ ਵਜ਼ਨਦਾਰ ਆ, ਤੇ ਉਹਨਾਂ ਦੀ ਗੱਲ ਵੀ ਸਾਨੂੰ ਸੋਹਣੀ ਲੱਗੀ ਕਿ ਉਹ ਸਕਿੱਲ ਹੋਣੀ ਚਾਹੀਦੀ ਆ, ਉਹਨਾਂ ਕੋਲੇ ਉਹ ਟੈਲੈਂਟ ਹੋਣਾ ਚਾਹੀਦਾ, ਤੇ ਸਟਾਫ ਦੀ ਕਿੰਨੀ ਜ਼ਿਆਦਾ ਕਮੀ ਆ। 20-25% ਸਟਾਫ ਇਹਨਾਂ ਕੋਲੇ ਪੰਜਾਬੀ ਆ, ਬਾਕੀ ਸਟੇਟ ਤੋਂ ਬਾਹਰ ਆ ਸਾਰਾ। ਜਿੱਦਾਂ ਭਾਜੀ ਆਪਾਂ ਬੈਡਮਿੰਟਨ ਬਾਰੇ ਗੱਲਬਾਤ ਕੀਤੀ, ਮੈਂ ਦੇਖ ਰਿਹਾ ਵੀ ਇੱਥੇ ਨਾਲ ਨਾ ਸਾਰਾ ਫਿਟਨੈਸ ਵਾਲਾ, ਜਿਮ ਵਾਲਾ ਪਿਆ ਸਮਾਨ, ਹੈ ਨਾ? ਹਾਂਜੀ। ਜਿੱਦਾਂ ਜਿਮ ਦੇ ਵਿੱਚ ਦੇਖਦੇ ਆ, ਸਾਨੂੰ 1 ਬਾਈ 1 ਥੋੜਾ ਸੰਖੇਪ ਦੇ ਵਿੱਚ, ਸ਼ਾਰਟ ਦੇ ਵਿੱਚ ਸਾਨੂੰ ਸਮਝਾਓ ਇਹਨਾਂ ਬਾਰੇ। ਮੈਂ ਤੁਹਾਨੂੰ ਦੱਸਦਾ, ਜਿੱਦਾਂ ਹੁਣ ਲੈਗ ਪ੍ਰੈਸ ਹੈ, ਹਾਂਜੀ, ਠੀਕ ਹੈ ਨਾ, ਹੈਡ ਸਕੁਐਟ ਲੈਗ ਪ੍ਰੈਸ ਹੈ, ਸਾਡੀ ਫੈਕਟਰੀ 'ਚ ਬਣੀ ਹੋਈ ਹੈ ਜੀ। ਇਹ ਬੈਂਚਸ ਹੈਗੇ ਆ, ਇਹ ਅਸੀਂ ਲਾਈਕ ਹੋਮ ਫਿਟਨੈਸ ਦਾ ਵੀ ਸਮਾਨ ਬਣਾਉਂਦੇ ਹੈਗੇ ਤੇ ਕਮਰਸ਼ੀਅਲ ਜਿਮਸ ਲਈ ਵੀ ਬਣਾਉਂਦੇ ਹੈਗੇ ਆ। ਇਹ ਸਾਡਾ ਸਾਰਾ ਇਨ ਹਾਊਸ ਫੈਕਟਰੀ 'ਚ ਬਣਿਆ ਹੋਇਆ, ਠੀਕ ਹੈ ਨਾ। ਤੇ ਇਹ ਵਾਲੇ ਸਟੇਸ਼ਨਸ ਹੈਗੇ ਆ, ਮਲਟੀ ਜਿਮਸ, ਮਤਲਬ ਕਿ ਮਲਟੀ ਸਟੇਸ਼ਨਸ ਹੈਗੇ ਆ ਜਿਹੜੇ ਜਿਮਸ ਦੇ ਵਿੱਚ ਲੱਗਦੇ ਹੈਗੇ ਆ, ਕਮਰਸ਼ੀਅਲ ਗ੍ਰੇਡ ਹੈਗੇ ਆ, ਇਹ ਇੰਪੋਰਟ ਹੁੰਦੇ ਹੈਗੇ ਆ। ਓਕੇ। ਤੇ ਇਹਦੇ ਨਾਲ ਇਹ ਜਿਹੜੀਆਂ ਤੁਸੀਂ ਦੇਖ ਰਹੇ ਹੈਗੇ ਹੋ ਬਾਈਕਸ ਹੋ ਗਈਆਂ, ਇਹ ਟ੍ਰੈਡਮਿਲਸ ਹੋ ਗਈਆਂ, ਇਹ ਸਾਰੀਆਂ ਜਿਹੜੀਆਂ ਟ੍ਰੈਡਮਿਲਸ ਹੈਗੀਆਂ ਇਹ ਸਾਰੀਆਂ ਇੰਪੋਰਟ ਹੋ ਰਹੀਆਂ। ਓਕੇ। ਕਿਉਂਕਿ ਇਹਦੀ ਟੈਕਨੋਲੋਜੀ ਹੱਲੇ ਸਾਡੇ ਇੰਡੀਆ ਦੇ ਵਿੱਚ ਨਹੀਂ ਹੈਗੀ ਇਹਨੂੰ ਬਣਾਉਣ ਲਈ, ਬਿਕੋਜ਼ ਇਹਦੇ ਵਿੱਚ ਜੋ ਸਪੇਅਰ ਪਾਰਟਸ ਲੱਗਦੇ ਆ, ਜਿੱਦਾਂ ਇਹਦਾ ਪੈਨਲ ਹੋ ਗਿਆ, ਇਹਦੀ ਮੋਟਰ ਹੋ ਗਈ, ਇਹਦੀ ਡਰਾਈਵ ਹੋ ਗਈ, ਉਹ ਹੱਲੇ ਵੀ ਇੰਪੋਰਟ ਹੁੰਦੀਆਂ ਜੀ। ਇਨ ਫਿਊਚਰ ਮੈਨੂੰ ਲੱਗਦਾ ਹੈਗਾ ਕਿ ਮਤਲਬ ਕਿ ਆਉਣ ਵਾਲੇ ਕੋਈ 2-4-5 ਸਾਲਾਂ ਦੇ ਵਿੱਚ ਇਹਦੀ ਮੈਨੂਫੈਕਚਰਿੰਗ ਵੀ ਅਸੀਂ ਸਟਾਰਟ ਕਰ ਸਕਦੇ ਹਾਂ। ਓਕੇ। ਸਾਡਾ ਪਲਾਨਸ ਹੈਗੇ ਇਹਦੀ ਮੈਨੂਫੈਕਚਰਿੰਗ ਕਰਨ ਲਈ ਜੀ। ਤੇ ਇਹ ਕਿਹੜੀ ਕੰਟਰੀ ਤੋਂ ਆਉਂਦੀਆਂ? ਇਹ ਬੇਸਿਕਲੀ ਤਾਈਵਾਨ ਤੋਂ ਆ ਰਹੀਆਂ ਹੈਗੀਆਂ ਜੀ, ਤਾਈਵਾਨ ਤੋਂ ਵੀ ਆਉਂਦੀਆਂ ਹੈਗੀਆਂ, ਚਾਈਨਾ ਤੋਂ ਵੀ ਆਉਂਦੀਆਂ ਹੈਗੀਆਂ, ਕੋਰੀਆ ਤੋਂ ਵੀ ਆਉਂਦੀਆਂ ਹੈਗੀਆਂ, ਐਂਡ ਕੁਝ ਹਾਈ ਐਂਡ ਟ੍ਰੈਡਮਿਲਸ ਹੈਗੀਆਂ ਉਹ US ਤੋਂ ਵੀ ਆਉਂਦੀਆਂ ਹੈਗੀਆਂ। ਓਕੇ 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 ਓਕੇ। ਔਰ ਇੱਧਰ ਇਹ ਸਾਰੇ ਤੁਹਾਡੇ ਨਹੀਂ, ਇਹ ਵੀ ਹੋਮ ਫਿਟਨੈਸ ਹੈਗਾ, ਬਟ ਹੋਮ ਯੂਜ਼ ਲਈ ਹੈਗੀਆਂ, ਕ੍ਰਾਸ ਟ੍ਰੇਨਰਸ ਹੈਗੇ ਆ, ਸਪਿਨ ਬਾਈਕਸ ਹੈਗੀਆਂ, ਇਹ ਸਾਰੀਆਂ ਇੰਪੋਰਟ ਹੋ ਰਹੀਆਂ ਇਹ ਵਾਲੀਆਂ ਚੀਜ਼ਾਂ। ਕਿਉਂਕਿ ਜਿਹੜੀਆਂ ਵੀ ਕਾਰਡੀਓ ਵਾਲੀਆਂ ਚੀਜ਼ਾਂ ਹੈਗੀਆਂ ਨਾ, ਇਹ 90% ਇੰਪੋਰਟ ਹੋ ਰਹੀਆਂ। ਓਕੇ। ਤੇ ਇਹਦਾ ਰੀਜ਼ਨ ਇਹੀ ਹੈਗਾ ਕਿ ਇਹਦੇ ਲਈ ਜਿਹੜੀ ਟੈਕਨੋਲੋਜੀ ਹੈਗੀ ਆ
ਉਹ ਹੱਲੇ ਇੱਥੇ ਇਹ ਬੜੀ ਡਿਵੈਲਪ ਨਹੀਂ ਹੋਈ। ਹਾਂ ਡਿਵੈਲਪ ਵੀ ਨਹੀਂ ਹੋਈ ਹੈ, ਪਲੱਸ ਥੀਸ ਆਰ ਵੈਰੀ ਮਤਲਬ ਕਿ ਐਕਸਪੈਂਸਿਵ ਟੈਕਨੋਲੋਜੀਜ਼, ਮਹਿੰਗੀਆਂ ਹੈਗੀਆਂ। ਤੇ ਉਹਦੇ ਲਈ ਵੈਸੇ ਸਾਡਾ ਇੱਕ ਗਵਰਨਮੈਂਟ ਨੂੰ ਪਲਾਨ ਹੈਗਾ ਸੀ ਕਿ ਜਿੱਦਾਂ ਗਵਰਨਮੈਂਟ ਦੀ ਸਕੀਮਸ ਹੈਗੀਆਂ ਜਿਹਦੇ ਵਿੱਚ ਕੀ ਹੈਗਾ ਕਿ ਤੁਸੀਂ ਜੇ 10 15 20 ਬੰਦੇ ਇਕੱਠੇ ਹੋ ਜਾਓ ਤੇ ਗਵਰਨਮੈਂਟ ਤੁਹਾਨੂੰ ਫੰਡਿੰਗ ਕਰਦੀ ਹੈਗੀ ਆ। ਇੱਕ ਜਿੱਦਾਂ ਕੰਸੋਰਸ਼ੀਅਮ ਬਣ ਜਾਂਦਾ ਹੈਗਾ, ਇਹ ਇੰਡਸਟਰੀਜ਼ ਡਿਪਾਰਟਮੈਂਟ ਦੀ ਸਕੀਮ ਹੈਗੀ ਆ। ਤੇ ਅਸੀਂ ਟਰਾਈ ਕਰ ਰਹੇ ਹੈਗੇ ਆ। ਸਾਡੀ ਥੋੜੀ ਜੀ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਸਭ ਤੋਂ ਵੱਡੀ ਪ੍ਰੋਬਲਮ ਹੈਗੀ, ਇਕੱਠੇ ਨਹੀਂ ਹੁੰਦੇ। ਠੀਕ ਹੈ ਨਾ, ਮਤਲਬ ਕਿ ਹੋਰ ਕਿਸੇ ਕੰਮਾਂ ਲਈ ਇਕੱਠੇ ਹੋ ਜਾਣਗੇ ਬਟ ਚੰਗੇ ਲਈ ਨਹੀਂ ਹੁੰਦੇ। ਸੋ ਉਹ ਗਵਰਨਮੈਂਟ ਦੀ ਸਕੀਮ ਆਲਰੇਡੀ ਹੈਗੀ ਹੈ ਤੇ ਮਤਲਬ ਕਿ ਜਿਹਦੇ ਵਿੱਚ ਉਹ 15 ਤੋਂ 18 ਕਰੋੜ ਰੁਪਇਆ ਸਾਨੂੰ ਟੈਕਨੋਲੋਜੀ ਲਈ ਦੇਣ ਨੂੰ ਤਿਆਰ ਹੈਗੀ ਹੈ। ਬਟ ਉਹਨੂੰ ਅਸੀਂ ਟਰਾਈ ਕਰ ਰਹੇ ਹੈਗੇ ਆ, ਜੇ ਇਦਾਂ ਦੀਆਂ ਸਕੀਮਸ ਮਤਲਬ ਕਿ ਅਸੀਂ ਉਹਦਾ ਫਾਇਦਾ ਲੈ ਲਈਏ ਤੇ ਇਹ ਦੀਆਂ ਸਾਰੀਆਂ ਚੀਜ਼ਾਂ ਬਣ ਸਕਦੀਆਂ ਹੈਗੀਆਂ। ਕਿਉਂਕਿ ਇੱਕ ਇਕੱਲੇ ਬੰਦੇ ਲਈ ਇੰਨਾ ਰਿਸਕ ਲੈਣਾ ਥੋੜਾ ਡਿਫਿਕਲਟ ਹੋ ਜਾਂਦਾ ਹੈਗਾ। ਸੋ ਜੇ ਗਰੁੱਪ ਗਵਰਨਮੈਂਟ ਕਹਿੰਦੀ ਤੁਸੀਂ ਇਕੱਠੇ ਹੋ ਤੇ ਅਸੀਂ ਤੁਹਾਨੂੰ ਫੰਡ ਕਰਦੇ ਹੈਗੇ ਆ, ਉਹ ਵੀ ਠੀਕ ਹੈਗੇ ਆਪਣੀ ਜਗ੍ਹਾ। ਹੁਣ ਗਵਰਨਮੈਂਟ ਦੀ ਸਕੀਮਸ ਹੈਗੀਆਂ, ਅਸੀਂ ਕਹਿੰਦੇ ਗਵਰਨਮੈਂਟ ਹੈਲਪ ਨਹੀਂ ਕਰ ਰਹੀ, ਜਿਹੜੀ ਗੱਲ ਆਪਾਂ ਪਹਿਲੇ ਕਰ ਰਹੇ ਸੀ। ਬਟ ਗਵਰਨਮੈਂਟ ਦੀ ਸਕੀਮ ਹੈਗੀਆਂ ਬਟ ਅਸੀਂ ਲੋਕ ਇਕੱਠੇ ਨਹੀਂ ਹੁੰਦੇ ਪਏ। ਅਸੀਂ ਹੁਣ ਬਟ ਸਾਡੀ ਇੱਕ ਐਸੋਸੀਏਸ਼ਨਸ ਹੈਗੀਆਂ, ਬੜਾ ਅੱਛਾ ਕੰਮ ਕਰ ਰਹੀਆਂ। ਯੰਗ ਜਿਹੜੇ ਬੰਦੇ ਹੁਣ ਆ ਰਹੇ ਹੈਗੇ ਬਿਜ਼ਨਸ ਦੇ ਵਿੱਚ ਨਾ, ਇਹ ਲੋਕ ਇਹਨਾਂ ਦਾ ਮਾਈਂਡ ਸੈਟਅਪ ਇੰਨਾ ਰਿਜਿਡ ਨਹੀਂ ਹੈਗਾ, ਇਹ ਥੋੜੇ ਓਪਨ ਮਾਈਂਡਡ ਹੈਗੇ ਆ। ਜਿੱਦਾਂ ਹੁਣ ਪੁਰਾਣੇ ਸਾਡੇ ਬਜ਼ੁਰਗ ਹੈਗੇ ਸੀ, ਚਲੋ ਆਪਾਂ ਪੂਰੀ ਰਿਸਪੈਕਟ ਕਰਦੇ ਹਾਂ ਉਹਨਾਂ ਦੀ, ਬਟ ਉਹਨਾਂ ਦੇ ਵਿੱਚ ਰਿਜਿਡਨੈਸ ਸੀ ਥੋੜੀ ਜਿਹੀ ਕਿ ਅਸੀਂ ਨਹੀਂ ਜੀ ਅਸੀਂ ਆਪਣਾ ਕਰ ਰਹੇ ਹੈਗੇ ਆ, ਵੀ ਆਰ ਸੈਟੀਸਫਾਈਡ। ਬਟ ਜੇ ਅਸੀਂ ਗਰੁੱਪ ਨਾਲ ਬਣ ਕੇ ਕਰੀਏ, ਕਿਉਂਕਿ ਜਿਹੜਾ ਜਿੰਨੇ ਕੰਮ ਕਰਨਾ ਹੈਗਾ ਉਹ ਉਹਦੀ ਕਿਸਮਤ ਹੈਗੀ ਹੈ। ਸੋ ਇਹ ਜਿਹੜੀ ਚੀਜ਼ ਹੈਗੀ ਹੈ, ਜੇ ਇਹਦਾ ਫਾਇਦਾ ਅਸੀਂ ਲਈਏ ਗਵਰਨਮੈਂਟ ਦੀ ਸਕੀਮਸ ਦਾ, ਤਾਂ ਫਿਰ ਇਹ ਵਾਲੀਆਂ ਸਾਰੀਆਂ ਚੀਜ਼ਾਂ ਇੱਥੇ ਬਣ ਸਕਦੀਆਂ ਹੈਗੀਆਂ। ਬਿਲਕੁਲ, ਮੈਂ ਦੇਖ ਰਿਹਾ ਸੀ ਇੱਧਰ ਜਦੋਂ ਅਸੀਂ ਇੱਧਰੋਂ ਆ ਰਹੇ ਸੀ ਨਾ, ਵੀ ਸਾਰੀ ਮਾਰਕੀਟ ਸਪੋਰਟਸ ਦੀ ਹੈ ਨਾ। ਹਾਂਜੀ ਹਾਂਜੀ, ਇਹਨੂੰ ਸਪੈਸ਼ਲ ਸਪੋਰਟਸ ਮਾਰਕੀਟ ਹੀ ਕਹਿੰਦੇ ਆ। ਇਹ ਵਨ ਆਫ ਦਾ ਬਿਗੇਸਟ ਸਟ੍ਰੈਚ ਹੈ, ਜਿਹਨੂੰ ਕਹਿੰਦੇ ਏਸ਼ੀਆ ਦਾ ਸਭ ਤੋਂ ਵੱਡਾ ਸਟ੍ਰੈਚ ਹੈ, ਜਿਹਦੇ ਵਿੱਚ ਆਲਮੋਸਟ ਘੱਟ ਤੋਂ ਘੱਟ ਨਹੀਂ ਤੇ 2-3 ਹਜ਼ਾਰ ਸ਼ਾਪਸ ਹੋਣਗੀਆਂ ਇੱਕ ਪੂਰੇ ਸਟ੍ਰੈਚ ਦੇ ਵਿੱਚ। ਇੰਡਸਟਰੀਆਂ ਕਿੰਨੀਆਂ ਨੇ ਇੱਥੇ? ਇੰਡਸਟਰੀ ਸਰ ਦੇਖੋ, ਜੇ ਫੈਕਟਰੀਜ਼ ਦੀ ਗੱਲ ਕਰੀਏ ਤਾਂ ਮੋਰ ਦੈਨ ਸਮਾਲ ਸਕੇਲ ਇੰਡਸਟਰੀ ਹੈਗੀ ਹੈ। ਛੋਟੀਆਂ ਤੇ ਵੱਡੀਆਂ ਫੈਕਟਰੀਆਂ ਨੂੰ ਮਿਲਾ ਕੇ 300-400 ਫੈਕਟਰੀਜ਼ ਹੋਣਗੀਆਂ ਇੱਥੇ। ਆਪਣੇ ਆਪ ਦੇ ਵਿੱਚ ਵੱਡੀ ਗੱਲ ਆ। ਔਰ ਇਹ ਰੋਡ ਜਿਹੜੀ ਹੈਗੀ ਏਸ਼ੀਆ ਦੀ ਸਭ ਤੋਂ ਵੱਡੀ ਹੈ ਨਾ ਸਪੋਰਟਸ ਰੋਡ ਹੋਣਾ, ਬਿਲਕੁਲ ਦੇ ਵਿੱਚ ਮਾਣ ਵਾਲੀ ਗੱਲ। ਇੱਕ ਲੈਂਡਮਾਰਕ ਹੈਗਾ ਐਂਡ ਇਹ ਇੱਕ ਲੈਗੇਸੀ ਹੈਗੀ ਹੈ। ਜਲੰਧਰ ਨੂੰ ਸਪੋਰਟਸ ਵਾਸਤੇ ਪਛਾਣਿਆ ਜਾਂਦਾ ਸੀ ਤੇ ਉਹੀ ਹੈਗਾ ਕਿ ਇਹਨੂੰ ਸਾਨੂੰ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਹੈ ਇਹਨੂੰ ਕੈਰੀ ਫਾਰਵਰਡ ਕਰਨਾ ਚਾਹੀਦਾ ਹੈਗਾ। ਇਹਦੇ ਲਈ ਹੋਰ ਨਵੀਂ ਜਨਰੇਸ਼ਨ ਦਿਖਾ ਰਹੀ ਹੈ ਇੰਟਰਸਟ ਇਹਦੇ ਵਿੱਚ? ਬਿਲਕੁਲ ਦਿਖਾ ਰਹੀ ਹੈ ਜੀ, ਇੰਟਰਸਟ ਹੈਗਾ। ਬਿਕਾਜ਼ ਅੱਜ ਕੱਲ੍ਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਮਤਲਬ ਕਿ ਫਿਟਨੈਸ ਲਈ ਅਵੇਅਰਨੈਸ ਤੁਸੀਂ ਦੇਖੋ ਕਿੰਨੀ ਆ ਗਈ ਹੈ, ਬਹੁਤ ਜ਼ਿਆਦਾ। ਤੇ ਉਹੀ ਹੈਗੀ ਜਨਰੇਸ਼ਨ ਆਬਵੀਅਸਲੀ ਇੰਡਸਟਰੀ ਨੂੰ ਇੰਟਰਸਟ ਦਿਖਾ ਰਹੀ ਹੈਗੀ ਹੈ। ਹਾਂ, ਥੋੜੀ ਸਾਨੂੰ ਪ੍ਰੋਬਲਮਸ ਆ ਰਹੀ ਹੈ, ਜਿੱਦਾਂ ਹੁਣ ਜਿਹੜੀ ਲੇਬਰ ਵਾਲੀ ਜਿਹੜੀ ਹੈਗੀ ਹੈ ਪ੍ਰੋਬਲਮ, ਉਹ ਆ ਰਹੀ ਹੈ ਕਿ ਹੁਣ ਜਿੱਦਾਂ ਫੁੱਟਬਾਲ ਦੀ ਸਟਿਚਿੰਗ ਹੁੰਦੀ ਹੈਗੀ ਹੈ, ਹੁਣ ਹੈਂਡ ਸਟਿਚਿੰਗ ਜਿਹੜੀ ਹੈਗੀ ਹੈ ਉਹ ਬੇਸਿਕਲੀ ਚੇਂਜ ਹੋ ਕੇ ਮਸ਼ੀਨ ਸਟਿਚਿੰਗ 'ਤੇ ਜਾ ਰਹੀ ਹੈ, ਕਿਉਂਕਿ ਨਵੀਂ ਜਿਹੜੀ ਜਨਰੇਸ਼ਨ ਹੈਗੀ ਹੈ ਉਹ ਸਟਿਚਿੰਗ ਨਹੀਂ ਕਰ ਰਹੀ ਹੈਗੀ। ਠੀਕ ਹੈ ਨਾ, ਉਹ ਕਹਿ ਰਹੇ ਹੈ ਕਿ ਅਸੀਂ ਸਾਨੂੰ ਜੇ 10-12 ਹਜ਼ਾਰ ਰੁਪਇਆ ਅਸੀਂ ਕਮਾਵਾਂਗੇ ਸਟਿਚਿੰਗ ਕਰਕੇ, ਉਸ ਤੋਂ ਬੈਟਰ ਹੈ ਅਸੀਂ ਕਿਸੇ ਮਾਲ ਦੇ ਵਿੱਚ ਜੌਬ ਕਰ ਲਈਏ। ਸੋ ਉਹਦੇ ਵਿੱਚ ਗਵਰਨਮੈਂਟ ਦੀ ਇੰਟਰਵੈਂਸ਼ਨ ਚਾਹੀਦੀ ਹੈ ਕਿ ਗਵਰਨਮੈਂਟ ਥੋੜੀ ਜੀ ਸਟਿਚਿੰਗ ਨੂੰ ਜਾਂ ਕੁਝ ਇਦਾਂ ਦੀ ਸਬਸਿਡੀ ਦੇ ਜਾਂ ਸਕਿੱਲ ਸੈਂਟਰਸ ਬਣਾ ਦੇ, ਜਿਹਦੇ ਵਿੱਚ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਏ ਐਂਡ ਉਹਨੂੰ ਜੇ ਸਕਿਲਡ ਵਰਕਰ ਹੋਏਗਾ ਤੇ ਉਹਦੀ ਇਨਕਮ ਅਸੀਂ ਜ਼ਿਆਦਾ ਜਨਰੇਟ, ਮਤਲਬ ਕਿ ਉਹਦੀ ਇਨਕਮ ਜ਼ਿਆਦਾ ਕਰ ਸਕਦਾ, ਉਹ ਆਪਣੀ ਜਨਰੇਟ ਜ਼ਿਆਦਾ ਕਰ ਸਕਦਾ। ਉਹਦੀ ਇਨਕਮ ਜੇ ਜ਼ਿਆਦਾ ਜਨਰੇਟ ਹੋ ਜਾਏਗੀ ਫਿਰ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਇਸ ਇੰਡਸਟਰੀ 'ਚ ਆਉਣ ਦੀ। ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬੀ ਲੋਕਾਂ ਦੇ ਵਿੱਚੋਂ ਤਾਂ ਹੱਥੀਂ ਸਕਿੱਲ ਤਾਂ ਥੋੜੀ ਆਪਣੀ ਮਨਫੀ ਹੋ ਰਹੀ ਆ, ਖਤਮ ਹੋ ਰਹੀ ਆ। ਅਸੀਂ ਹੌਜ਼ਰੀ ਵਾਲੀ ਇੰਡਸਟਰੀ ਦੇ ਵਿੱਚ ਵੀ ਨੋਟ ਕੀਤਾ ਵੀ ਜਿੱਦਾਂ ਮੁਸਲਿਮ ਭਾਈਚਾਰੇ ਦੇ ਹੈਗੇ ਨੇ, ਉਹਨਾਂ ਕੋਲੇ ਬਹੁਤ ਸੋਹਣੀ ਕਲਾ, ਯੂਪੀ ਦੇ ਲੋਕ ਹੈਗੇ ਨੇ ਹਨਾ, ਪ੍ਰਵਾਸੀ, ਉਹ ਬਹੁਤ ਸੋਹਣੀ ਹੱਥੀਂ ਆਪਦੀ ਕਰ ਲੈਂਦੇ ਨੇ। ਬਿਲਕੁਲ, ਇੱਥੇ ਨਾ ਦੇਖੋ, ਇੱਥੇ ਗਵਰਨਮੈਂਟ ਦੀ ਨੀਡ ਹੈਗੀ ਹੈ ਕਿ ਸਕਿੱਲ ਡਿਵੈਲਪਮੈਂਟ ਸੈਂਟਰਸ ਬਣਾਏ ਜਾਣ ਇੱਥੇ, ਜੋ ਗਵਰਨਮੈਂਟ ਕੁਝ ਹੱਦ ਤੱਕ ਬਣਾਉਂਦੀ ਵੀ ਹੈਗੀ ਹੈ। ਉਹਨਾਂ ਨੂੰ ਜੇ ਅੱਛੇ ਤਰ੍ਹਾਂ ਆਪਰੇਟ ਕੀਤਾ ਜਾਏ ਸਕਿੱਲ ਡਿਵੈਲਪਮੈਂਟ ਸੈਂਟਰਸ, ਤੇ ਫਿਰ ਤੇ ਇਹ ਮਤਲਬ ਕਿ ਜਿਹੜੀ ਇਹ ਵਾਲੀ ਪ੍ਰੋਬਲਮ ਹੈਗੀ ਹੈ ਇਹ ਵੀ ਰਿਜ਼ੋਲਵ ਹੋ ਜਾਏਗੀ। ਵੈਸੇ ਮੈਨੂੰ, ਹਾਲਾਂਕਿ ਚਲੋ ਮੈਨੂੰ ਨਹੀਂ ਪਤਾ ਵੀ ਇਸ ਤਰ੍ਹਾਂ ਦਾ ਕੁਝ ਹੋ ਸਕਦਾ ਜਾਂ ਨਹੀਂ ਭਵਿੱਖ ਦੇ ਵਿੱਚ, ਜੇ ਕੋਈ ਵੀ ਨੌਜਵਾਨ ਇੱਕ ਗਰੁੱਪ ਦੇ ਰੂਪ ਦੇ ਵਿੱਚ 10-20 ਜਣੇ ਜੁੜਨਾ ਚਾਹੁੰਦੇ ਆ ਤੁਹਾਡੇ ਨਾਲ, ਕੋਈ ਚੀਜ਼ ਸਿੱਖਣਾ ਚਾਹੁੰਦੇ ਆ ਜਾਂ ਕਿਸੇ ਵੀ ਉਸ ਨਾਲ, ਜੇ ਉਹਨਾਂ ਨੂੰ ਪਤਾ ਲੱਗ ਜੇ ਵੀ ਹਾਂ ਹੱਥੀਂ ਸਕਿੱਲ ਕੀ ਹੁੰਦੀ ਆ ਹਨਾ, ਇਸ ਤਰ੍ਹਾਂ ਦਾ ਵੀ ਹੋਣਾ ਚਾਹੀਦਾ ਮੇਰੇ ਖਿਆਲ 'ਚ ਇੰਡਸਟਰੀ ਵੱਲੋਂ ਇੱਕ ਸੈਂਟਰ ਟਾਈਪ ਟ੍ਰੇਨਿੰਗ ਦੇਣ ਵਾਲਾ। ਬਿਲਕੁਲ ਇਹ ਬਹੁਤ ਜ਼ਰੂਰੀ ਹੈ, ਬਿਕੋਜ਼ ਟੈਕਨੀਕਲੀ ਇਹਦੇ ਨਾਲ ਹੀ ਬੰਦੇ ਨੂੰ ਜਿਹੜੀ ਲੇਬਰ ਹੈ ਜੇ ਸਕਿਲਡ ਹੋ ਜਾਏਗੀ ਤੇ
ਆਬਵੀਅਸਲੀ ਉਹਨਾਂ ਦਾ ਆਪਣੇ ਆਪ ਇਨਕਮ ਵੱਧ ਜਾਏਗੀ। ਜਦੋਂ ਇਨਕਮ ਵੱਧ ਗਈ ਤੇ ਹੋਰ ਉਹਨੂੰ ਕੋਈ ਰੀਜ਼ਨ ਹੀ ਨਹੀਂ ਹੈ, ਨਾ ਬਾਹਰ ਜਾਣ ਦਾ ਰੀਜ਼ਨ ਹੈਗਾ, ਇੱਥੇ ਬੈਠੇ ਬੈਠੇ ਉਹਨੂੰ ਅੱਛੀ ਇਨਕਮ ਮਿਲ ਰਹੀ ਹੈ ਤੇ ਫਿਰ ਉਹਨੂੰ ਕੋਈ ਰੀਜ਼ਨ ਹੀ ਨਹੀਂ ਹੈ। ਜਿਨ੍ਹਾਂ ਕੋਲ ਸਕਿੱਲ ਹੈ ਉਹ ਤਾਂ ਇੱਥੇ ਬੈਠ ਕੇ ਵੀ ਬਹੁਤ ਸੋਹਣਾ ਕਮਾਈ ਜਾਂਦੇ, ਇੱਥੇ ਬੈਠ ਕੇ ਡਾਲਰ ਕਮਾਈ ਜਾਂਦੇ ਆ। ਬਿਲਕੁਲ ਬਿਲਕੁਲ ਇੱਥੇ ਤੁਸੀਂ ਇਨਕਮਸ ਬਹੁਤ ਅੱਛੀ ਜਨਰੇਟ ਹੋ ਸਕਦੀਆਂ ਹੈਗੀਆਂ। ਸਿਰਫ ਉਹੀ ਹੈ ਕਿ ਥੋੜਾ ਜਿਹਾ ਫੋਕਸ ਮਤਲਬ ਕਿ ਗਵਰਨਮੈਂਟ ਵੀ ਕਰੇ ਤੇ ਜਿਹੜੀ ਹੁਣ ਨਵੀਂ ਜਨਰੇਸ਼ਨ ਹੈਗੀ ਹੈ, ਬਟ ਮਤਲਬ ਕਿ ਬਹੁਤ ਪੋਜ਼ਿਟਿਵ, ਮੈਨੂੰ ਇੱਕ ਪਰਸਨਲ ਲੈਵਲ ਤੇ ਬਹੁਤ ਇੱਕ ਪੋਜ਼ਿਟਿਵ ਹੋਪ ਹੈਗੀ ਹੈ ਕਿ ਜਿਹੜੇ ਆਉਣ ਵਾਲੇ 4-5 ਸਾਲ ਹੈਗੇ ਨਾ, ਇਹ ਇੰਡੀਆ ਲਈ ਐਂਡ ਆਪਣੇ ਪੰਜਾਬ ਲਈ ਵੀ ਬਹੁਤ ਵਧੀਆ ਹੈਗੇ ਐਂਡ ਜੀ ਚਲੋ ਸਾਨੂੰ ਵੀ ਇਹੀ ਉਮੀਦ ਹੈ ਕਿ ਪੰਜਾਬ ਲਈ ਬਹੁਤ ਸੋਹਣੇ ਹੋਣ ਆਉਣ ਵਾਲੇ ਸਾਲ, ਔਰ ਖਾਸ ਕਰਕੇ ਸਪੋਰਟਸ ਇੰਡਸਟਰੀ ਲਈ, ਕਿਉਂਕਿ ਜਲੰਧਰ ਦਾ ਨਾਮ ਪੂਰੇ ਦੀਨ ਦੁਨੀਆ ਦੇ ਵਿੱਚ, ਵਿਸ਼ਵ ਦੇ ਵਿੱਚ ਸਪੋਰਟਸ ਵਜੋਂ ਜਾਣਿਆ ਜਾਂਦਾ, ਔਰ ਖਾਸ ਕਰਕੇ ਸਮਿਤ ਜਿਹੇ ਭਰਾਵਾਂ ਕਰਕੇ ਜਿਨ੍ਹਾਂ ਨੇ ਇੱਥੇ ਇੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਹੋਈਆਂ ਨੇ ਸਪੋਰਟਸ ਨਾਲ ਔਰ ਫਿਟਨੈਸ ਨਾਲ ਰਿਲੇਟਡ। ਬਹੁਤ ਇੱਕ ਮੁਬਾਰਕ ਦੇ ਹੱਕਦਾਰ ਨੇ ਜਿਨ੍ਹਾਂ ਨੇ ਪਿਤਾ ਪੁਰਖੀ ਇਹ ਬਿਜ਼ਨਸ ਸੰਭਾਲ ਕੇ ਤੀਜੀ ਚੌਥੀ ਪੀੜ੍ਹੀ ਤੇ ਹੁਣ ਇਹ ਲੈ ਕੇ ਗਏ ਨੇ ਔਰ ਬਹੁਤ ਸੋਹਣਾ ਚਲਾ ਰਹੇ ਨੇ। ਵੀਰੇ ਬਹੁਤ ਸੋਹਣੀਆਂ ਗੱਲਾਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ, ਬਹੁਤ ਖੁਸ਼ੀ ਹੋਈ ਔਰ ਇੰਸ਼ਾਅੱਲਾ ਵਧੇ ਫੁੱਲੇ ਜਲੰਧਰ ਦਾ ਨਾਮ, ਤੁਹਾਡਾ ਨਾਮ ਇਸੇ ਤਰ੍ਹਾਂ ਦੀਨ ਦੁਨੀਆ 'ਚ ਬਣਿਆ ਰਹੇ। ਕਦੇ ਫਿਰ ਹੋਰ ਨਵੀਂ ਜਾਣਕਾਰੀ ਲੈਣ ਲਈ ਹੈ ਨਾ ਤੁਹਾਡੇ ਨਾਲ ਫਿਰ ਜੁੜਾਂਗੇ, ਹੈ ਨਾ। ਤੇ ਦੋਸਤੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ, ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਦਿਓ। ਕਿਸੇ ਵੀਰ ਨੇ ਸਪੋਰਟਸ ਨਾਲ ਰਿਲੇਟਡ ਕੋਈ ਸਮਾਨ, ਫਿਟਨੈਸ ਨਾਲ, ਜਿਮ ਨਾਲ ਰਿਲੇਟਡ ਕੁਝ ਵੀ ਲੈਣਾ ਹੋਵੇ ਤਾਂ ਉਹ ਨੋਵਾ ਫਿਟਨੈਸ ਜਲੰਧਰ, ਇੱਥੇ ਜਿਹੜੀ ਸਪੋਰਟਸ ਮਾਰਕੀਟ ਹੈ ਇਹਦੇ ਵਿੱਚ ਬਹੁਤ ਵੱਡਾ ਸ਼ੋਰੂਮ ਆ। ਸੁਮਿਤ ਭਾਜੀ ਹੋਰਾਂ ਨਾਲ ਆ ਕੇ ਮਿਲ ਸਕਦੇ ਨੇ, ਇਹਨਾਂ ਦਾ ਕੰਟੈਕਟ ਅਸੀਂ ਡਿਸਪਲੇ ਤੇ ਚਲਾ ਦਿਆਂਗੇ, ਸੋ ਤੁਸੀਂ ਵੀ ਇੱਥੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਸੋ ਗੱਲਬਾਤ ਚੰਗੀ ਲੱਗੀ ਤਾਂ ਜ਼ਰੂਰ ਸ਼ੇਅਰ ਕਰਿਓ। ਮੈਨੂੰ ਦਿਓ ਆ ਗਿਆ ਜਲੰਧਰ ਤੋਂ ਕੈਮਰਾਮੈਨ ਬਬਲੂ ਦੇ ਨਾਲ, ਮੈਂ ਹਰਜਿੰਦਰ ਸਿੱਧੂ।